फरमान कर रहे हैं भाई, ऐ दुनिया के लोगों, परमात्मा ने एक रचना बनाई है, एक विधान बनाया है। वो केड़ा ध्यान दे नाल धन धन गुरु तेग बहादुर महाराज जो फरमान कर रहे हैं भाई, अज ज्ञान पल्ले बन के लेके जाना है। गुरु तेग बहादुर महाराज फरमान करते हैं, साधो ये रब के प्यारिओ, उस परमात्मा ने ये रचना बनाई है। केड़ी रचना? एक बिरस है, एक अस्थिर मन है। मेरा शरीर है, ये बिरसनहार है, जेड़ा दुनिया ते आया है भाई, उन्हें एक ना एक दिन इस बात लोग चले जाना है। ये अटल सच्चाई है। धन धन गुरु तेग बहादुर महाराज फरमान कर रहे हैं, ये खेड है, शरीर बिरसनहार है, एक अस्थिर मन है, पर जो इस शरीर में आत्मा है वो परमात्मा की अंश है, वो मरने वाली नहीं है। शरीर मर जाता है, खत्म हो जाता है, राख हो जाता है, पर जो आत्मा है भाई
भाई वो मरदी नहीं। एक बिनस है एक सगल विनाश है, अचरज रखियो ना जाई। ये अचरज खेद जो परमात्मा ने बनाया है भाई, ये सच है। सो संगत के चरणों च बेनती है, जे आपां अज दविंदर कुमार जी जो परमात्मा ने आजू बख्शी सी, उस आजू को भोगद्या होया इस मातुक चलाना कर गए ने, उस विछड़ी हुई आत्मा के भले वास्ते घर वालिया ने श्री लाल चंद जी समूह परिवार रल मिलके उस विछड़ी हुई आत्मा के भले वास्ते सतगुरां के चरण सतगुरां के स्वरूप अपने गृह विच लैके गए। श्री सुखमनी साहिब जियां दे जाप होए ने, उस तो उपरंत सतगुरां के स्वरूप गुरुद्वारा साहिब विखे पहुंचे ने। आओ रहिंदा समा उस विछड़ी हुई आत्मा के भले वास्ते नाले अपनियां भी घड़ियां सफलियां करनियां ने, नाले उस विछड़ी हुई आत्मा का भी भला होएगा जी। आखो सतनाम, आखो सतनाम, जेड़े हजे भी नहीं बोले आखो सतनाम, क्योंकि सतगुरां की बाणी का फरमान है, जय मास पिता सुखमीत ना भाई, मन नाम कहाँ तेरा संग सहाई सहाई। सतगुरां की बाणी आखदी भाई जिथे माता ने पिता ने कम नहीं आना, सुत पुत्रा ने कम नहीं आना, मीत मित्रा ने कम नहीं आना, भाई भाइया ने कम नहीं आना। भाई उत्थे केवल ते केवल सतगुरां के नाम ने काम होना है। नाम तो भाव सतगुरां के दिते ज्ञान ने काम होना। भाई कोई रसनाबाजी ना रहे। पहली आवाज दास बोलेगा, दूजी आवाज सारे भाई बोलो, भाई रसना पवित्र करो। तीजी आवाज सारिया भैणा मातावां अपने सारिया का आया हुआ सब का हो जाए जी। साधो रचना Ah
रचना राम बनाई साधो रचना साधो
ਇਹ ਸਿੱਖਣ ਵਾਸਤੇ ਪਰਮਾਤਮਾ ਨੇ ਆਪਾਂ ਨੂੰ ਇਸ ਮਾਤ ਲੋਕ ਤੇ ਭੇਜਣਾ ਕੀਤਾ ਭਾਈ ਕਿ ਮਨੁੱਖਾਂ ਦੇ ਹੀ ਮਿਲੀ ਹੈ। ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਾਣੀ ਕਾ ਬੋਹਿਤ ਜਹਾਜ਼ ਦੇ ਕੇ ਗਏ ਨੇ ਭਾਈ। ਇਸ ਗੁਰਬਾਣੀ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਆਪਾਂ ਕੋਈ ਜੀਵਨ ਦਾ ਢੰਗ ਸਿੱਖਣਾ ਸੀ। ਜੀਵਨ ਦਾ ਢੰਗ ਸਿੱਖਣ ਵਾਸਤੇ ਗੁਰੂ ਸਾਹਿਬ ਸਾਨੂੰ ਸਤਿਗੁਰਾਂ ਦੀ ਬਾਣੀ ਦੇ ਕੇ ਗਏ। ਆਓ ਜਿੱਥੇ ਆਪਾਂ ਦੂਰੋਂ ਦੂਰੋਂ ਚੱਲ ਕੇ ਦਵਿੰਦਰ ਕੁਮਾਰ ਜੀ ਇਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਭਾਈ। ਅੱਜ ਨਾਲ ਆਪਾਂ ਸਤਿਗੁਰਾਂ ਦੀ ਗੁਰਬਾਣੀ ਤੋਂ ਗਿਆਨ ਵੀ ਪ੍ਰਾਪਤ ਕਰਨਾ ਹੈ। ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ, ਪਿਆਰ ਦੇ ਨਾਲ ਫਤਿਹ ਬੁਲਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਤਿਗੁਰਾਂ ਨੇ ਗੁਰਮੁਖ ਨੂੰ ਫਤਿਹ ਕਿਉਂ ਦਿੱਤੀ ਹੈ? ਫਤਿਹ ਦੇ ਨਾਲ ਵੀ ਗੁਰਮੁਖ ਸਿਮਰਨ ਹੋ ਜਾਂਦਾ ਜੀ। ਇੱਕ ਵਾਰੀ ਬੁਲਾਉਣ ਵਾਲਾ ਵਾਹਿਗੁਰੂ ਪਿਤਾ ਆਖੇਗਾ, ਦੋ ਵਾਰੀ ਕਹਾਉਣ ਵਾਲਾ ਆਖੇਗਾ, ਚਾਰ ਵਾਰੀ ਹੋ ਜਾਏਗਾ, ਕਿਉਂਕਿ ਵਾਹਿਗੁਰੂ ਸਿਮਰਨ ਵਿੱਚ ਸਾਰੀਆਂ ਪਾਵਰਾਂ ਨੇ। ਸਿਮਰਨ ਦੇ ਵਿੱਚ ਗੁਰਮੁਖ ਨੂੰ ਪਿਆਰ ਦੀ ਬਖਸ਼ਿਸ਼ ਹੈ। ਸਤਿਗੁਰ ਸਤਿਗੁਰ ਵਾਸਤੇ ਬਾਬਾ ਵਿਸ਼ਨਾ ਨਾਮ ਜਪਾਵੇ, ਤ੍ਰੇਤੇ ਸਤਿਗੁਰ ਰਾਮ ਜੀ ਰਾਣਾ ਰਾਮ ਜਪੈ ਸਿਰ ਪਾਵੈ, ਦੁਆਪਰ ਸਤਿਗੁਰ ਹਰਿ ਕ੍ਰਿਸ਼ਨ ਹਰਾ ਆਹਾ ਹਰਾ ਨਾਮ ਅਲਾਵੈ, ਕਲਯੁਗ ਨਾਨਕ ਗੁਰੂ ਗੋਬਿੰਦ ਗੰਗਾ ਗੋਬਿੰਦ ਨਾਮ ਅਲਾਵੈ, ਚਾਰੇ ਅਕਸ਼ਰ ਏਕ ਕਾਰ ਵਾਹਿਗੁਰੂ ਜਪ ਮੰਤਰ ਜਪਾਵੇ। ਗੁਰਮੁਖ ਹੋ ਕੇ ਵਾਹਿਗੁਰੂ ਜਾਪ ਸਾਨੂੰ ਮਿਲਿਆ ਹੈ। ਇਸ ਮਾਰਗ ਤੇ ਆ ਕੇ ਭਾਈ ਇਸ ਵਾਹਿਗੁਰੂ ਜਾਪ ਦਾ ਸਿਮਰਨ ਕਰੀਏ। ਆਪਾਂ ਸਤਿਗੁਰ ਬਖਸ਼ਿਸ਼ ਕਰਦੇ ਨੇ। ਇਸੇ ਵਾਸਤੇ ਬਾਰ-ਬਾਰ ਆਪ ਜੀ ਬੇਨਤੀ ਕਰਦੇ ਕਿ ਆਪਕੋ ਸਤਨਾਮ ਸ੍ਰੀ ਵਾਹਿਗੁਰੂ। ਇਹਦੇ ਸਤ ਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੇ। ਭਾਈ ਗੁਰਦਾਸ ਜੀ ਆਖਦੇ ਨੇ ਭਾਈ ਇਸ ਵਾਹਿਗੁਰੂ ਜਪਣ ਵਿੱਚ ਕੀ ਫਾਇਦੇ ਨੇ? ਸਤਿਯੁਗ ਦੇ ਵਿੱਚ ਵਿਸ਼ਨੂੰ ਭਗਵਾਨ ਜੀ ਨੂੰ ਯਾਦ ਕੀਤਾ ਜਾਂਦਾ ਸੀ ਭਾਈ। ਸਤਿਯੁਗ ਸਤਿਗੁਰ ਵਾਸਦੇਵ ਬਾਬਾ ਵਿਸ਼ਨਾ ਨਾਮ ਜਪਾਵੇ, ਤ੍ਰੇਤੇ ਸਤਿਗੁਰ ਰਾਮ ਜੀ ਰਾਣਾ ਰਾਮ ਜਪੈ ਸੁਖ ਪਾਵੇ। ਅੱਗੇ ਰਾਮ ਜੀ ਦਾ ਜੋ ਗਾਇਆ ਮੈਂ ਨਹੀਂ ਆਖਦਾ, ਭਾਈ ਗੁਰਦਾਸ ਜੀ ਆਖਦੇ ਨੇ ਆਪਕੋ ਸਤਨਾਮ ਸ੍ਰੀ ਵਾਹਿਗੁਰੂ। ਦੁਆਪਰ ਸਤਿਗੁਰ ਹਰਿ ਕ੍ਰਿਸ਼ਨ ਆਹਾ ਹਰਾ ਨਾਮ ਅਲਾਵੈ, ਕਲਯੁਗ ਨਾਨਕ ਗੁਰੂ ਗੋਬਿੰਦ ਗੰਗਾ ਗੋਬਿੰਦ ਨਾਮ ਅਲਾਵੈ। ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਆਏ ਨੇ, ਦਸੇ ਪਾਤਸ਼ਾਹੀਆਂ ਆਈਆਂ ਨੇ ਭਾਈ। ਇਹਨਾਂ ਨੇ ਆ ਕਰਕੇ ਉਸ ਵਾਹਿਗੁਰੂ ਦਾ ਨਾਮ ਜਪਾਉਣਾ ਕੀਤਾ ਜੀ। ਵਾਹਿਗੁਰੂ ਕਲਯੁਗ ਨਾਨਕ ਗੁਰੂ ਗੋਬਿੰਦ ਗੰਗਾ ਗੋਬਿੰਦ ਨਾਮ ਅਲਾਵੈ, ਜਿਹੜੇ ਚਾਰੇ ਅਕਸ਼ਰ ਇੱਕ ਕਰ ਵਾਹਿਗੁਰੂ ਜਪ ਮੰਤਰ ਜਪਾਵੇ। ਭਾਈ ਜਦੋਂ ਵਾਹਿਗੁਰੂ ਆਖਦੇ ਆ ਨਾ, ਚਾਰ ਯੁੱਗਾਂ ਦੀ ਭਗਤੀ ਦਾ ਫਲ ਮਿਲ ਜਾਂਦਾ ਜੀ। ਮੈਂ ਨਹੀਂ ਆਖਦਾ, ਭਾਈ ਗੁਰਦਾਸ ਜੀ ਆਖਦੇ ਨੇ ਆਪਕੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਹਾਜ਼ਰੀ ਭਰਨ ਜਾਂਦਾ ਤਾਂ ਗੁਰੂ ਕੋ ਪਿਆਰ ਚਾਹੀਦਾ ਜੀ। ਬੇਨਤੀ ਕਰੀ ਦੀ ਹੈ ਭਾਈ ਜਦੋਂ ਵਾਹਿਗੁਰੂ ਆਖਦੇ ਆ ਨਾ ਕਿ ਵਾਹਿਗੁਰੂ ਸ਼ਬਦ ਕੇਵਲ ਸਿੱਖਾਂ ਦਾ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਮਾਤ ਤੇ ਆਏ, ਪਹਿਲੇ ਸਮਿਆਂ ਚ ਵੀ ਅਵਤਾਰ ਆਏ ਗੁਰੂ ਕੋ ਪਿਆਰਿਓ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਾਹਿਗੁਰੂ ਸ਼ਬਦ ਦਿੱਤਾ ਭਾਈ। ਵਾਵੇ ਤੋਂ ਬੇਨਤੀ ਕੀਤੀ ਹੈ ਨਾ ਭਾਈ ਗੁਰਦਾਸ ਜੀ ਆਖਦੇ ਨੇ ਸਤਿਯੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੇ। ਵਾਵੇ ਤੇ ਵਿਸ਼ਨੂੰ ਹਾਹੇ ਤੇ ਹਰੀ, ਗੱਗੇ ਤੇ ਗੋਬਿੰਦ ਤੇ ਰਾਰੇ ਤੇ ਰਾਮ। ਆਪਕੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਭਾਵੇਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਖੱਤਰੀ ਆ ਜਾਵੇ, ਬ੍ਰਾਹਮਣ ਆ ਜਾਵੇ, ਸੂਦ ਆ ਜਾਵੇ, ਵੈਸ ਆ ਜਾਵੇ, ਗੁਰਮੁਖੋ ਪਿਆਰਿਓ, ਸਤਿਗੁਰ ਸਾਰਿਆਂ ਨੂੰ ਗੁਰਮੁਖੋ ਪਿਆਰਿਓ ਆਪਣੇ ਚਰਨਾਂ ਦੇ ਨਾਲ ਲਾਉਂਦੇ ਨੇ।
ਗਿਆਨ ਦਿੰਦੇ ਨੇ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਜੇ ਸ਼੍ਰੀ ਲਾਲ ਚੰਦ ਜੀ ਗੁਰਮੁਖੋ ਪਿਆਰਿਓ, ਸਾਰਾ ਹੀ ਪਰਿਵਾਰ ਰਲ ਮਿਲ ਕੇ ਆਪਣੇ ਸੁਪੁੱਤਰ ਦਵਿੰਦਰ ਕੁਮਾਰ ਜੀ ਦੀ ਯਾਦ ਵਿੱਚ ਗੁਰਮੁਖੋ ਪਿਆਰਿਓ ਅੱਜ ਅੰਤਿਮ ਅਰਦਾਸ ਵਿੱਚ ਸਤਿਗੁਰਾਂ ਦੇ ਚਰਨ ਗ੍ਰਹਿ ਕੇ ਪੁਆਏ ਗੁਰਬਾਣੀ ਪੜ੍ਹੀ ਗਈ ਹੈ। ਇਸ ਕਰਕੇ ਗੁਰਮੁਖੋ ਪਿਆਰਿਓ ਸਤਿਗੁਰਾਂ ਦੀ ਗੁਰਬਾਣੀ ਦੇ ਨਾਲ ਭਲਾ ਹੀ ਹੋਣਾ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਹਿੰਦੇ ਕਲਯੁਗ ਨਾਨਕ ਗੁਰੂ ਗੋਬਿੰਦ, ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ 10ਵੇਂ ਪਾਤਸ਼ਾਹ ਆਈਆਂ ਨੇ। ਗੱਗਾ ਗੋਬਿੰਦ ਨਾਮ ਜਪਾਵੇ, ਗੋਬਿੰਦ ਦਾ ਨਾਮ ਜਪਾਉਣਾ ਕੀਤਾ ਹੈ। ਗੋਬਿੰਦ ਤੋਂ ਭਾਵ ਇਧਰ ਧਿਆਨ ਦਿਓ, ਮੈਂ ਬੇਨਤੀ ਕਰਦਾ ਹਾਂ ਨਾ ਭਾਈ, ਗੋਬਿੰਦ ਤੋਂ ਭਾਵ ਹੈ, ਗੋਬਿੰਦ ਤੋਂ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਹੈ। ਗੋ ਹਿੰਦੀ ਚ ਕਹਿੰਦੇ ਨੇ, ਧਰਤੀ ਨੂੰ ਕਹਿੰਦੇ ਨੇ ਗੋ। ਬਿੰਦ ਕਹਿੰਦੇ ਨੇ ਪ੍ਰਤਿਪਾਲਨਾ ਕਰਨ ਵਾਲੇ ਨੂੰ, ਰਾਖੀ ਕਰਨ ਵਾਲੇ ਨੂੰ। ਗੋ ਪਲੱਸ ਬਿੰਦ ਜਿਹੜਾ ਸਾਰੀ ਧਰਤੀ ਦੀ ਰਾਖੀ ਕਰ ਰਿਹਾ ਹੈ, ਜਿਹੜਾ ਸਾਰੀ ਧਰਤੀ ਦੀ ਪ੍ਰਤਿਪਾਲਨਾ ਕਰ ਰਿਹਾ ਹੈ, ਉਸ ਗੋਬਿੰਦ ਦਾ ਨਾਮ ਗੁਰਮੁਖੋ ਪਿਆਰਿਓ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 10ਵੇਂ ਪਾਤਸ਼ਾਹ ਨੇ ਜਪਾਉਣਾ ਕੀਤਾ ਜੀ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵੀ ਬੇਨਤੀ ਕਰੀ ਕਿ ਭਾਈ ਉਹਨੂੰ ਗੋਬਿੰਦ ਕਹਿ ਲਓ, ਉਹਨੂੰ ਗੋਪਾਲ ਕਹਿ ਲਓ, ਮਤਲਬ ਇੱਕੋ ਹੀ ਹੈ ਭਾਈ। ਗੋਪਾਲ ਗੋ ਧਰਤੀ, ਪਾਲ ਪਾਲਣਾ ਕਰਨ ਵਾਲਾ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਗੋਪਾਲ ਕਹਿ ਦਈਏ, ਉਹਨੂੰ ਗੋਬਿੰਦ ਕਹਿ ਦਈਏ ਭਾਈ, ਮਤਲਬ ਇੱਕੋ ਹੀ ਹੈ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਹੀਂ ਕਹਿਣਾ ਕਿ ਗੋਪਾਲ ਹਿੰਦੂ ਵੀਰਾਂ ਦਾ ਹੀ ਹੈ, ਨਹੀਂ ਭਾਈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਬਾਣੀ ਚ ਹੁੰਦਾ ਨਾ ਗੁਰਮੁਖੋ ਪਿਆਰਿਓ, ਉਹਨੂੰ ਗੋਪਾਲ ਕਹਿ ਦਿਓ, ਉਹਨੂੰ ਰਾਮ ਕਹਿ ਦਿਓ, ਉਹਨੂੰ ਵਾਹਿਗੁਰੂ ਕਹਿ ਦਿਓ, ਉਹਨੂੰ ਅੱਲਾ ਕਹਿ ਦਿਓ ਭਾਈ, ਮੰਜ਼ਿਲ ਸਾਰਿਆਂ ਦੀ ਇੱਕੋ ਹੀ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਈ, ਕੋਈ ਸੇਵਾ ਗੁਸਾਈਆਂ, ਕੋਈ ਅੱਲਾਹ। ਸਤਿਗੁਰਾਂ ਨੇ ਗੁਰਮੁਖੋ ਪਿਆਰਿਓ ਇਹ ਵਿਖਾਂ ਨਹੀਂ ਸੀ ਪਾਈਆਂ ਜਿੰਨੀਆਂ ਹੁਣ ਪੈ ਗਈਆਂ ਨੇ। ਸਤਿਗੁਰਾਂ ਨੇ ਸਾਰੇ ਧਰਮਾਂ ਨੂੰ ਇਕੱਠਿਆਂ ਕੀਤਾ ਸੀ। ਭਾਈ ਰਲ ਮਿਲ ਕੇ ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰ ਹੈ। ਇਸ ਕਰਕੇ ਸਤਿਗੁਰਾਂ ਦੀ ਗੁਰਬਾਣੀ, ਸਤਿਗੁਰਾਂ ਦਾ ਗਿਆਨ ਭਾਈ ਸਾਰਿਆਂ ਵਾਸਤੇ ਹੈ। ਜਿੱਥੋਂ ਵਿਚਾਰ ਆਪਾਂ ਸ਼ੁਰੂ ਕੀਤੀ ਹੈ, ਧੰਨ ਧੰਨ ਗੁਰਦੇਵ ਪਾਤਰ ਮਹਾਰਾਜ ਆਖਦੇ ਨੇ, ਸਾਧੂ ਰਚਨਾ ਨਾਮ ਬਣਾਈ, ਇੱਕ ਬਿਰਸੈ ਇੱਕ ਅਸਥਰ ਮਾਨੈ, ਅਸਰਜ ਰਖਿਓ ਨਾ ਜਾਏ। ਉਹਦੇ ਅਸਰਜ ਖੇਡ ਨੂੰ ਕੋਈ ਸਮਝ ਨਹੀਂ ਸਕਦਾ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਗੁਰੂ ਤੇਗ ਬਹਾਦਰ ਮਹਾਰਾਜ ਮਾਨ ਕਰਦੇ ਨੇ, ਜਿਹਦੇ ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਦੁਨੀਆ ਨੇ ਕਾਮ ਤੇ ਮਗਰ ਲੱਗ ਕੇ, ਕ੍ਰੋਧ ਤੇ ਮਗਰ ਲੱਗ ਕੇ, ਮੋਹ ਦੇ ਮਗਰ ਲੱਗ ਕੇ ਗੁਰਮੁਖੋ ਪਿਆਰਿਓ ਹਰ ਮੂਰਤ ਬਿਸਰਾਈ। ਜਿਨ੍ਹਾਂ ਬਾਣੀ ਆਉਂਦੀ ਹੈ ਭਾਈ ਪੜਿਆ ਕਰ, ਰਸਨਾ ਪਵਿੱਤਰ ਹੁੰਦੀ ਹੈ। ਜੋ ਸਤਿਗੁਰਾਂ ਦੀ ਬਾਣੀ ਰਸਨਾ ਤੇ ਆਉਂਦੀ ਹੈ ਨਾ, ਸਾਡੀ ਰਸਨਾ ਪਵਿੱਤਰ ਹੁੰਦੀ ਭਾਈ। ਇਹ ਇੱਕੋ ਇੱਕ ਗੁਰਬਾਣੀ ਹੈ ਗੁਰਮੁਖੋ ਪਿਆਰਿਓ, ਜਿਹਦੇ ਨਾਲ ਸਾਡੀ ਰਸਨਾ ਪਵਿੱਤਰ ਹੁੰਦੀ ਹੈ। ਇਹ ਬਾਣੀ ਦੇ ਨਾਲ ਪਵਿੱਤਰ ਨਹੀਂ ਹੋਏਗੀ, ਇਹ ਕੇਵਲ ਤੇ ਕੇਵਲ ਨਾਮ ਦੇ ਨਾਲ, ਗੁਰਬਾਣੀ ਨਾਲ ਪਵਿੱਤਰ ਹੋਏਗੀ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਆਖਦੇ ਨੇ ਭਾਈ ਜਿਹੜੀਆਂ ਜੀਵਾਂ ਨਹੀਂ ਜਪਦੀਆਂ, ਉਹ ਜਿਹੜੀਆਂ ਰਸਨਾ ਨਹੀਂ ਜਪਦੀਆਂ ਭਾਈ, ਉਹਨਾਂ ਨੂੰ ਦਿਲ ਦਿਲ ਕਰਕੇ ਕੱਢ ਦੇਣਾ ਚਾਹੀਦਾ। ਮੈਂ ਨਹੀਂ ਆਖਦਾ, ਸਤਿਗੁਰਾਂ ਦੀ ਬਾਣੀ ਆਖਦੀ। ਸਤਿਗੁਰ ਆਖਦੇ ਗੁਰੂ ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਬੋਲੋ ਜੀ, ਤਿਲ ਤਿਲ ਕਰ ਕੱਟੀਏ। ਧਿਆਨ ਦਿਓ ਜੀ। ਹਾਂਜੀ, ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਏ ਭਾਈ। ਉਹ ਜਿਹੜੇ ਜੀਵ ਤਿਲ ਤਿਲ ਕਰਕੇ ਕੱਢ ਦੇਣਾ ਚਾਹੀਦਾ। ਕਿਹੜੀ ਨੂੰ? ਜਿਹੜੀ ਜਪਦੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜਿਹੜੀਆਂ ਜੀਵਾਂ ਜਪਦੀਆਂ ਨੇ ਭਾਈ, ਉਹਨਾਂ ਨੂੰ ਕੀ ਆਖਦੇ? ਸਤਿਗੁਰਾਂ ਦੀ ਬਾਣੀ ਕੀ ਆਖਦੀ? ਉਹਨਾਂ ਨੂੰ ਸਾ ਰਸਨਾ ਧਨ ਧਨ ਹੈ ਮੇਰੀ, ਗੁਣ ਗਾਵੇ ਹਰ ਪ੍ਰਭ ਏਰੇ ਰਾਮ। ਕਹਿੰਦੇ ਉਹ ਰਸਨਾ ਧਨ ਹੈ ਭਾਈ, ਜਿਹੜੀ ਪ੍ਰਮਾਤਮਾ ਦੇ ਗੁਣ
ਜਿਹੜੀ ਪ੍ਰਮਾਤਮਾ ਦੀ ਉਸਤਤ ਕਰਦੀ ਹੈ ਭਾਈ। ਇਹ ਗਿਆਨ ਸਤਿਗੁਰਾਂ ਦੇ ਚਰਨਾਂ 'ਚੋਂ ਲੈਣਾ ਭਾਈ। ਮਨੁੱਖਾਂ ਦੇ ਹੀ ਮਿਲੀ ਹੈ, ਇਹ ਬਾਰ-ਬਾਰ ਨਹੀਂ ਮਿਲਦੀ। ਇਹਦਾ ਧਿਆਨ ਦਿਓ, ਮਨੁੱਖਾਂ ਦੇ ਹੀ ਮਿਲੀ ਹੈ, ਬਾਰ-ਬਾਰ ਨਹੀਂ ਮਿਲਣੀ। ਪਸ਼ੂ ਬਣ ਗਏ, ਉਹ 84 ਲੱਖ ਜੂਨੀ ਵਿੱਚ ਆ ਗਏ ਭਾਈ, ਫਿਰ ਆਪਾਂ ਆ ਕੇ ਸੰਗਤ ਵਿੱਚ ਬੈਠ ਸਕਾਂਗੇ? ਕਿਸੇ ਪਸ਼ੂ ਨੂੰ ਹੁਕਮ ਹੈ ਸੰਗਤ ਵਿੱਚ ਆ ਕੇ ਬੈਠਣ ਦਾ? ਬੋਲੋ ਭਾਈ, ਨਹੀਂ ਹੈ। ਇਸ ਕਰਕੇ ਗੁਰਮੁਖੋ ਪਿਆਰਿਓ, ਕਿ ਕੇਵਲ ਮਨੁੱਖ ਹੀ ਹੈ ਜਿਹਨੂੰ ਸੋਝੀ ਪ੍ਰਮਾਤਮਾ ਨੇ ਦਿਮਾਗ ਦਿੱਤਾ ਜੀ ਕਿ ਮਨੁੱਖਾਂ ਦੇਹੀ ਵਿੱਚ ਹੀ ਨਾਮ ਜਪ ਸਕਦੇ ਆਪਾਂ। ਸਤਿਗੁਰ ਆਖਦੇ ਤੇ ਭਾਈ ਜੇ ਹੁਣ ਨਹੀਂ ਨਾ ਜਪਦੇ ਭਾਈ ਕੁੱਤੇ ਪਸ਼ੂ ਤੁਹਾਨੂੰ ਬਣਨਾ ਪਊ। ਤੁਸੀਂ ਆਖੋਗੇ ਕਿੱਥੇ ਲਿਖਿਆ ਦੱਸੋ ਹੁਣ? ਸਾਡੇ ਮਨ 'ਚ ਸ਼ੰਕਾ ਨਾਲ ਦੀ ਨਾਲ ਪੈਦਾ ਹੋ ਜਾਂਦਾ ਹੈ। ਤੇ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਚਾਰ ਪਾਂਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਬਣ ਗਈ ਹੈ। ਸਤਿਗੁਰਾਂ ਦੀ ਬਾਣੀ ਆਖਦੀ ਭਾਈ ਚਾਰ ਪਾਂਵ, ਚਾਰ ਪੈਰ ਕਿਹਨਾਂ ਦੇ ਹੁੰਦੇ ਭਾਈ? ਜਵਾਬ ਤੋਂ ਕਿਹਨਾਂ ਦੇ ਹੁੰਦੇ ਹੈ? ਪਸ਼ੂਆਂ ਦੇ ਹੁੰਦੇ ਹੈ। ਤੁਹਾਡੇ ਕੋਲ ਗੁਰਮੁਖੋ ਮੈਂ ਹੰਗਾਰਾ ਨਾ ਭਰਾਉਣਾ ਕਿਤੇ ਉਹ ਗੱਲ ਨਾ ਹੋ ਜਾਵੇ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਗੁਰਦੁਆਰਾ ਅੰਤਰਜਾਮਤਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਮਾਜ਼ ਪੜ੍ਹਨ ਵਾਸਤੇ ਕਿਹਾ ਸੀ। ਉਹਨਾਂ ਕਾਜ਼ੀਆਂ ਨੇ ਆਖਿਆ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿ ਤੁਸੀਂ ਆਖਦੇ ਹੋ ਕਿ ਸਾਰੇ ਧਰਮ ਬਰਾਬਰ ਨੇ, ਇੱਕੋ ਜਿਹੇ ਨੇ, ਚਲੋ ਅੱਜ ਸਾਡੇ ਨਾਲ ਚੱਲ ਕੇ ਨਮਾਜ਼ ਪੜ੍ਹੋ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਚਲੋ ਭਾਈ ਚੱਲਦੇ ਆ। ਉਸ ਵੇਲੇ ਗੁਰਮੁਖੋ ਫਿਰ ਗੁਰੂ ਨਾਨਕ ਦੇਵ ਮਹਾਰਾਜ ਫੜ ਗਏ ਅਡੋਲ, ਨਮਾਜ਼ ਸ਼ੁਰੂ ਹੋਈ। ਉਸ ਵੇਲੇ ਉਹ ਕਾਜੀ ਮੁੱਲਾ ਕਦੀ ਤਾਂ ਨੂੰ ਹੱਥ ਕਰਦੇ ਨੇ, ਕਦੀ ਖਾਂ ਨੂੰ ਕਰਦੇ ਨੇ, ਕਦੀ ਗੋਡਿਆਂ ਭਾਰ ਹੁੰਦੇ ਨੇ, ਕਦੀ ਤਾਂ ਨੂੰ ਹੁੰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਅਡੋਲ ਖੜੇ ਰਹੇ। ਤੇ ਬਾਅਦ ਵਿੱਚ ਆਖਣ ਲੱਗੇ ਉਹ ਕਾਜੀ ਮੁੱਲਾ, ਕਹਿਣ ਲੱਗੇ ਜੀ ਤੁਸੀਂ ਸਾਡੀ ਨਮਾਜ਼ ਦੀ ਨਿਰਾਦਰੀ ਕੀਤੀ, ਅੱਜ ਬੇਅਦਬੀ ਕੀਤੀ ਹੈ। ਕਹਿੰਦੇ ਕੀ ਹੋਇਆ? ਕਹਿੰਦੇ ਤੁਸੀਂ ਸਾਡੇ ਨਾਲ ਨਮਾਜ਼ ਪੜ੍ਹੀ ਨਹੀਂ। ਕਹਿੰਦੇ ਕੀ ਗੱਲ ਹੋਈ? ਕਹਿੰਦੇ ਜਿਸ ਤਰ੍ਹਾਂ ਅਸੀਂ ਗੋਡਿਆਂ ਭਾਰ ਹੋਏ, ਤੁਸੀਂ ਗੋਡਿਆਂ ਭਾਰ ਕੀ ਹੋਏ? ਅਸੀਂ ਹੱਥ ਤਾਂ ਨੂੰ ਕੀਤੇ, ਤੁਸੀਂ ਹੱਥ ਤਾਂ ਨੂੰ ਨਹੀਂ ਕੀਤੇ। ਫਿਰ ਨਿਰਾਦਰੀ ਹੋਈ ਨਾ, ਬੇਅਦਬੀ ਕੀਤੀ ਹੈ ਨਾ, ਸਾਡੇ ਨਾਲ ਨਮਾਜ਼ ਤਾਂ ਪੜ੍ਹੀ ਨਹੀਂ ਤੁਸੀਂ। ਤੇ ਗੁਰੂ ਨਾਨਕ ਦੇਵ ਮਹਾਰਾਜ ਆਖਦੇ ਭਾਈ ਉਹ ਨਮਾਜ਼ ਮਨ ਕਰਕੇ ਪੜ੍ਹੀ ਨਹੀਂ ਤੇ ਕੰਨ ਕਰਕੇ ਪੜ੍ਹੀ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਭਾਈ ਜੇ ਸਤਸੰਗ ਵਿੱਚ ਆਉਂਦੇ ਆ ਨਾ ਆਪਾਂ, ਕਿਤੇ ਸੁਖਮਨੀ ਸਾਹਿਬ ਜੀਆਂ ਦੇ ਪਾਠ ਦੇ ਭੋਗ ਪੈਂਦੇ ਨੇ, ਅਖੰਡ ਪਾਠ ਸਾਹਿਬ ਜੀਆਂ ਦੇ ਪਾਠ ਦੇ ਭੋਗ ਪੈਂਦੇ ਨੇ, ਸਹਿਜ ਪਾਠ ਜੀਆਂ ਦੇ ਪਾਠ ਦੇ ਭੋਗ ਪੈਂਦੇ ਨੇ, ਭਾਈ ਸੰਗਤ ਵਿੱਚ ਜਾ ਕੇ ਇਕਾਗਰਤਾ ਦੇ ਨਾਲ ਬਹਿਣਾ ਚਾਹੀਦਾ। ਇਹ ਨਹੀਂ ਦੇਖਣਾ ਚਾਹੀਦਾ ਕੌਣ ਆਇਆ ਕੌਣ ਗਿਆ। ਇਸ ਕਰਕੇ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਤੇ ਸਾਵਧਾਨ ਇਕਾਗਰ ਚੀਤ। ਇਕਾਗਰ ਚੀਤ ਉਹ ਸਾਨੂੰ ਆਖਿਆ ਸਤਿਗੁਰਾਂ ਨੇ ਭਾਈ। ਇਹ ਸਾਨੂੰ ਸਮਝਾਉਣ ਵਾਸਤੇ ਪੰਕਤੀਆਂ ਸਤਿਗੁਰਾਂ ਨੇ ਗੁਰਮੁਖੋ ਪਿਆਰੇ ਦਰਜ ਕੀਤੀਆਂ ਨੇ। ਫਰਜ਼ ਬਣਦਾ ਸਾਡਾ ਗੁਰਮੁਖੋ ਜੋ ਸਤਿਗੁਰਾਂ ਨੇ ਲਿਖਿਆ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਲਿਖ ਦਿੱਤਾ ਭਾਈ ਉਹ ਮੰਨੀਏ। ਜਿਸ ਤਰ੍ਹਾਂ ਬੱਚਾ ਸਕੂਲ ਵਿੱਚ ਪੜ੍ਹਨ ਵਾਸਤੇ ਜਾਂਦਾ, ਗੁਰਮੁਖੋ ਪਿਆਰਿਓ ਜੇ ਕਲਾਸ ਵਿੱਚ ਜਾ ਕੇ ਬੱਚਾ ਬੈਠ ਕੇ ਪੱਖਿਆਂ ਵੱਲ ਹੀ ਵੇਖੀ ਜਾਵੇ, ਝਰਨਿਆਂ ਵੱਲ ਹੀ ਵੇਖੀ ਜਾਵੇ, ਫਿਰ ਟੀਚਰ ਆ ਕੇ ਦਿੰਦਾ ਬੱਚਿਓ ਤੁਹਾਡਾ ਧਿਆਨ ਕਿੱਧਰ ਹੈ। ਜਿਸ ਤਰ੍ਹਾਂ ਦੁਨਿਆਵੀ ਕਲਾਸ ਵਿੱਚ ਜਾ ਕੇ ਬੈਠੇ ਦਾ ਭਾਈ, ਸੰਗਤ ਵਿੱਚ ਜਾ ਕੇ ਵੀ ਆਪਾਂ ਇਕਾਗਰਤਾ ਦੇ ਨਾਲ ਸਤਿਗੁਰਾਂ ਦਾ ਗਿਆਨ ਪ੍ਰਾਪਤ ਕਰਨਾ ਜੀ। ਆਪਕੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਗੁਰੂ ਨਾਨਕ ਦੇਵ ਮਹਾਰਾਜ ਆਖਣ ਲੱਗੇ ਭਾਈ ਨਮਾਜ਼ ਮਨ ਕਰਕੇ ਪੜ੍ਹਨੀ ਆ ਤੇ ਤਨ ਕਰਕੇ ਪੜ੍ਹਨੀ। ਇਹਦੇ ਗੱਲ ਤੇ ਮੰਨਦੀ ਨਹੀਂ। ਆਖਣ ਲੱਗੇ ਕਹਿੰਦੇ ਭਾਈ ਤੇਰਾ ਇੱਕ ਦਾ ਧਿਆਨ ਘਰੇ ਨਹੀਂ ਸੀ ਫਿਰਦਾ, ਘਰੇ ਘੋੜੀ ਸੁਣਨ ਵਾਲੀ ਸੀ, ਤੈਨੂੰ ਇਹ ਡਰ ਸੀ ਕਿਤੇ ਬੱਚਾ ਘੋੜੀ ਦਾ ਖੂਹੀ ਵਿੱਚ ਨਾ ਡਿੱਗ ਜਾਵੇ। ਤੇ ਦੂਜੇ ਨੂੰ ਆਖਣ ਲੱਗੇ ਕਿ ਤੇਰਾ ਧਿਆਨ ਉਹ ਕਾਬਲ ਕੰਧਾਰ ਘੋੜੇ ਖਰੀਦਣ ਵਾਲੇ ਪਾਸੇ ਫਿਰਦਾ ਸੀ, ਢਹਿ ਕੇ ਚਰਨੀ ਪੈ ਗਏ। ਤੇ ਗੁਰਦੁਆਰਾ ਸਾਹਿਬ ਬਣਿਆ ਸੁਲਤਾਨਪੁਰ ਲੋਧੀ ਅੰਤਰ ਜਾਮਤਾ ਸਾਹਿਬ। ਅੰਤਰ ਦੀ ਜਾਣਨ ਵਾਲੇ ਆਪਾਂ ਪੜ੍ਹਦੇ ਨੇ ਘੜ ਘੜ ਕੇ ਅੰਤਰ ਕੀ ਜਾਣਤ ਤੇ ਭਲੇ ਬੁਰੇ ਕੀ ਪੀਰ ਪਛਾਨਤ ਕੌਂਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਇਹ ਦੁਖੀ ਸੁਖ ਪਾਏ ਸਾਧਨ ਕੇ ਸੁਖੀ।
ਉਹ ਘਟਾ ਘਟਾ ਕੇ ਜਾਣਨ ਵਾਲੇ ਸਨ, ਹੁਣ ਵੀ ਜਾਣ ਰਹੇ ਨੇ ਗੁਰਮੁਖ ਹੋ ਗਿਆ। ਪਰ ਮੰਨਣ ਦੀ ਗੱਲ ਹੈ, ਇਹ ਨਾ ਸਮਝੀ ਸਤਿਗੁਰ ਗਏ ਨਹੀਂ ਚਲੇ ਗਏ, ਨਹੀਂ ਭਾਈ। ਉਹ ਤਾਂ ਸਗਲ ਬਨਸਪਤ ਮਾਹੇ ਬਸੰਤਰ ਸਗਲ ਦੂਤ ਮੈਂ ਕੀਆ, ਊਚ ਨੀਚ ਮੈਂ ਜੋਤ ਸੁਮਾਨੀ ਘਟ ਘਟ ਮਾਦੋ ਜੀਆ ਜੀਆ ਗੁਰਮੁਖ ਹੋ ਗਿਆ। ਉਹ ਘਟਾ ਘਟਾ ਦੇ ਬਸਿਆ ਪ੍ਰਮਾਤਮਾ, ਉਹ ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਬੋਲੋ ਘਟਾ ਘਟਾ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਬੋਲੋ ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਜੇ ਮੰਨਦੇ ਹੋ ਨਾ ਸੰਤਾਂ ਦੀ ਬਾਣੀ ਆਖਦੀ ਹੈ ਕਿ ਸਗਲ ਬਨਸਪਤ ਮਾਹੇ ਬਸੰਤਰ ਸਗਲ ਦੂਤ ਮੈਂ ਕੀਆ, ਊਚ ਨੀਚ ਮੈਂ ਜੋਤ ਸੁਮਾਨੀ ਘਟ ਘਟ ਮਾਧੋ ਜੀਆ। ਜੇ ਮੰਨਦੇ ਹੋ ਨਾ ਭਾਈ ਨਾਲ ਪੜੋ, ਇਹ ਸੰਤਾਂ ਦੀ ਬਾਣੀ ਦਾ ਹੀ ਵਿਆਖਿਆ ਹੈ। ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਹਰ ਜੀ ਮੇਰਾ ਪਿਆਰਾ ਮੇਰਾ, ਹਰ ਜੀ ਮੇਰਾ ਪਿਆਰਾ ਮੇਰਾ, ਮੇਰਾ ਪਿਆਰਾ ਮੇਰਾ, ਹਰ ਜੀ 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 ਮੇਰਾ ਪਿਆਰਾ ਮੇਰਾ, ਘਟਾ ਘਟਾ ਵਿੱਚ ਉਹ ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ ਪਿਆਰਾ ਮੇਰਾ, ਉਹ ਸਗਲ ਬਨਸਪਤ ਮਾਹੇ ਬਸੰਤਰ, ਸਗਲ ਬਨਸਪਤ ਮਾਹੇ ਬਸੰਤਰ, ਮਾਰੇ ਬਸੰਤਰ, ਮਾਰੇ ਬਸੰਤਰ, ਸਗਲ ਦੂਤ ਮੈਂ ਕੀਆ, ਸਗਲ ਦੂਤ ਮੈਂ ਕੀਆ। ਊਚ ਨੀਚ ਮਹਿ ਜੋਤ ਸਮਾਨੀ, ਊਚ ਨੀਚ ਮਹਿ ਜੋਤ ਸਮਾਨੀ। ਘਟ ਘਟ ਮਾਤ ਕੀਆ। ਹਰ ਜੀ ਮੇਰਾ ਪਿਆਰਾ ਮੇਰਾ, ਘਟਾ ਘਟਾ ਵਿੱਚ ਵਸਿਆ। ਹਰ ਜੀ ਮੇਰਾ। ਇਸ ਕਰਕੇ ਗੁਰਮੁਖੋ ਪਿਆਰੇ, ਉਹ ਹਰ ਇੱਕ ਜਰਰੇ ਜਰਰੇ ਦੇ ਵਿੱਚ ਵਸਿਆ ਪਿਆ ਜੀ। ਉਹ ਕਣ ਕਣ ਦੇ ਵਿੱਚ ਵਸਿਆ ਪਿਆ ਗੁਰਮੁਖੋ ਪਿਆਰਿਓ। ਪਰ ਵੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਨ ਕਰਦੇ ਨੇ, ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ। ਦੁਨੀਆ ਨੇ ਕਾਮ ਕ੍ਰੋਧ ਮੋਹ ਦੇ ਵਸ ਪੈ ਕੇ ਉਹ ਹਰੀ ਦੀ ਮੂਰਤ ਨੂੰ ਵਿਸਰਾ ਹੀ ਦਿੱਤਾ ਜੀ। ਭੁਲਾਈ ਬੈਠੀ ਨੇ ਆਪੋ ਸਤਨਾਮ। ਸ਼੍ਰੀ ਵਾਹਿਗੁਰੂ। ਇਹ ਸਾਰਿਆਂ ਦੀ ਗੱਲ ਨਹੀਂ ਭਾਈ, ਸਾਰਿਆਂ ਨੇ ਨਹੀਂ ਵਿਸਰਾਇਆ ਗੁਰਮੁਖੋ ਪਿਆਰਿਓ। ਕਈ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਗੁਰਮੁਖੋ ਪਿਆਰਿਓ ਜਾਇਦਾਦ ਜ਼ਮੀਨ ਦਿੱਤੀ ਹੈ, ਫਿਰ ਵੀ ਪ੍ਰਮਾਤਮਾ ਨੂੰ ਯਾਦ ਰੱਖਦੇ ਨੇ ਕਿੰਨਾ ਬਹਿ। ਪਰ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਨ ਕਰਦੇ ਨੇ, ਕਹਿੰਦੇ ਝੂਠਾ ਤਨ ਸਾਚਾ ਕਰਨਾ ਨੇ। ਇਹ ਝੂਠਾ ਤਨ ਇੱਕ ਦਿਨ ਵਿਨਾਸ਼ ਹੋ ਜਾਣਾ, ਖਤਮ ਹੋ ਜਾਣਾ। ਪਰ ਦੁਨੀਆ ਆਖਦੀ ਭਾਈ ਨਹੀਂ, ਅਸੀਂ ਸਦਾ ਹੀ ਰਹਿਣਾ ਨਹੀਂ।
पर सतगुरां दी बाणी आ गई राणा राव ना कोर है रंग ना तुम फकीर वारी आपो अपनी कोई ना बंदा है धीर भाई सदा नहीं रहना इत्थे चले जाना इस करके सतगुरां ने मनुखा दे दी है भाई ये तो लाहा प्राप्त करी जो दिस है सो सगल विनाश है गुरुदेव पाद महाराज आखदे भाई जो तुहानू दिस रहा है ये एक ना एक दिन खत्म हो जाना है ये बिरस जाना है जो दिस है सो सगल विनाश है जो बादल की शाही जिवें बदल की छां होती है ना ਹੁਣ ਗੁਰਮੁਖੋ ਪਿਆਰ ਮੌਸਮ ਬਣਿਆ ਮੀਂਹ ਵਾਲਾ ਤੇ ਗੁਰਦੇਵ ਪਾਤਰ ਮਹਾਰਾਜ ਆਖਦੇ ਨੇ ਇਹ ਦੁਨੀਆ ਦੇ ਲੋਕੋ ਤੁਸੀਂ ਜੋ ਦਿਸੈ ਸੋ ਸਗਲ ਵਿਨਾਸ਼ ਹੈ ਇਹ ਵਿਨਾਸ਼ ਹੋ ਜਾਣਾ ਹੈ ਇੱਕ ਦਾ ਇੱਕ ਖਤਮ ਹੋ ਜਾਣਾ ਜੀ ਜਿਵੇਂ ਸੂਰਜ ਚੜਿਆ ਹੋਵੇ ਉਹਦੇ ਮੋਰੇ ਬੱਦਲ ਆ ਜਾਵੇ ਭਾਈ ਛਾਂ ਹੋ ਜਾਂਦੀ ਹੈ ਤੇ ਗੁਰਦੇਵ ਪਾਦ ਮਹਾਰਾਜ ਆਖਦੇ ਨੇ ਭਾਈ ਜੀਵਨ ਇਸੇ ਤਰ੍ਹਾਂ ਹੈ ਜੋ ਬਾਦਲ ਕੀ ਛਾਈ ਦੇ ਲੋਕੋ ਪਿਆਰੇ ਤੇ ਗੁਰੂ ਨਾਨਕ ਦੇਵ ਮਹਾਰਾਜ ਵੀ ਆਖਦੇ ਨੇ ਭਾਈ ਗੁਰਦੇਵ ਪਾਦ ਮਹਾਰਾਜ ਆਖਦੇ ਨੇ ਬੱਦਲ ਦੀ ਛਾਂ ਦੀ ਤਰ੍ਹਾਂ ਤੇ ਗੁਰੂ ਨਾਨਕ ਦੇਵ ਮਹਾਰਾਜ ਵੀ ਆਖਦੇ ਨੇ ਭਾਈ ਤੂੰ ਇਹਦੇ ਪਹਾੜ ਦੀ ਤਰ੍ਹਾਂ ਹੈ ਕਹਿੰਦੇ 10 ਬਾਵ ਤਨ ਵੀ ਸਰਵਣਾ तीसरा का सुंदर कहवे अवस्थावां दसिया ने गुरु नानक देव महाराज आखदे ने भाई 10 वरियां दी उम्र बचपन दे विच बतीत हो जाती है 10 साल तक 20 रवण 20 वरियां दी उम्र होती है असल गट दे विच बतीत कर दिंदा जी मनुख ये सच है आपको सतनाम श्री वाहिगुरु 10 बाल तक 20 रवण तीसरा का सुंदर कहा जब 30 वरियां की उम्र होती है भाई भाई अपने आप बड़ा सुंदर कहता जी कि मेरे वर्गा है कोई नहीं आपको सतनाम श्री वाहिगुरु देव गुरमुखो प्यारे हो इधर आ जाओ जी बेनती मां पुकारो आज इधर आ जाओ गुरु नानक देव महाराज आखते ने 10 बाल तक 20 रवण तीसरा का सुंदर कहा भाई 30 वरियां की उम्र होती है अपने आप में बड़ा सुंदर कहता कि मेरे वर्गा पिंड च है ही कोई नहीं मेरे वर्गा शहर च है ही कोई नहीं मैं नहीं आखता धन गुरु नानक देव महाराज आखते ने भाई 10 बाल तक 20 रवण तीसरा का सुंदर कहा है फिर गुरु की कीमत नहीं अपने पिता की नहीं मानता घरदियां की नहीं मानता गुरमुख हो गया 10 बाल तक 20 रवण तीसरा का सुंदर कहावे 40 पुर हुए 85 पग खिसै देखते 40 वरियां की उम्र होती है मन च बिठाना भाई ये सच है गुरु नानक देव महाराज आखते हैं 40 पुर होए जो 40 साल की उम्र होती है ना भाई बंदा पूरा हो जाता जे आखो सतनाम श्री वाहिगुरु दुनिया के लोग आखते हैं भाई फलाना सिंह दुनिया तो चला गया पूरा हो गया फलानी माता चले गई पूरी हो गई पर गुरु नानक देव महाराज आखते हैं नहीं भाई कोई भी है जो 40 साल की उम्र हो जाती है ना भाई वो पूरा हो जाता है आपको सतनाम श्री वाहिगुरु बेशक दुनिया को गुरमुखो प्यारे हो वो जवान पढ़ के दिखावी जिदा मर्जी तरीकों के नाल पर गुरु नानक देव महाराज आखते ने 40 पुर हुई क्योंकि 40 साल तो बाद उम्र भाई बढ़ गई है ते शरीर की ताकत घट रही है मैं नहीं आखता सतगुरां दी बाणी आखदी 40 पुर हुए 85 पग खिसै किसी वट ते तुरे जाते होइए ना गुरमुखो प्यारे जिमीदार भी बैठे हो किसी वट दे उत्ते तुरे जाते होइए पैर चल के जावे थले नूं खिसकी दा जे
कि गुरु नानक देव महाराज आखते ने 40 पुर होए 85 पग खिसै। भाई 50 वर्ष की उम्र हो गई, वो ਤੁਹਾਡਾ पैर खिसकना शुरू हो गया, मौत वाले पासे तुसी डिग पे हो। आखो सतनाम श्री वाहिगुरु। जा रहे हो, पढ़ते हैं ना, अगो नेड़ा आया पिछा रहा, दूर गुरमुख को प्यारे हो। 40 पुर होए 85 पग खिसै 60 के वडेपा आवे। जो 60 साल की उम्र होती है भाई वडेपा शुरू है। आपको सतनाम श्री वाहिगुरु। मैं नहीं आखदा, गुरु नानक देव महाराज आखते 40 पुर होए 85 पग खिसै 60 के वडेपा आवे। 17 का मतहीन 80 का व्यवहार ना पावे। तो 17 साल की उम्र होती है, 17 का मत हीन तो भाव गुरमुख हो गए खाली। आपको सतनाम श्री वाहिगुरु। 85 पग खिसै 60 के वडेपा आवे। 17 का मत हीन, मत ਉਹਦੀ ਬੱਚਿਆਂ ਵਾਲੀ ਹੋ ਜਾਂਦੀ ਹੈ। ਗੁਰਮੁਖ ਸਾਰਿਆਂ ਦੀ ਗੱਲ ਨਹੀਂ ਹੈ, ਜਿਹੜੇ ਗੁਰਮੁਖ ਨੇ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ, ਜਿਹੜੇ ਸਤਿਗੁਰਾਂ ਦੀ ਬਾਣੀ ਪੜ੍ਹਦੇ ਨੇ, ਸਤਿਗੁਰਾਂ ਦਾ ਗਿਆਨ ਲੈਂਦੇ ਨੇ, ਸਤ ਸੰਗਤ ਵਿੱਚ ਜਾਂਦੇ ਨੇ, ਭਾਈ ਇਹ ਗੱਲਾਂ ਉਹਨਾਂ ਦੇ ਲਾਗੂ ਨਹੀਂ ਹੁੰਦੀਆਂ। ਆਖੋ ਸਤਨਾਮ श्री वाहिगुरु। ਇੱਥੇ ਇਹ ਵੀ ਬੇਨਤੀ ਕਰਦੀ ਹੈ, ਜਿਹੜੇ ਮਨਮੁਖ ਨੇ, ਜਿਹੜੇ ਮਨ ਦੇ ਮਗਰ ਲੱਗਦੇ ਨੇ, ਮਨ ਦੇ ਪਿੱਛੇ ਲੱਗਦੇ ਨੇ, मन जो कहता वो करते नहीं, जिधरों गुरु रोकता उधरों नहीं रुकते, जिधर गुरु कहता जान लो उधर नहीं जाते। भाई ये गल्लां उन्हां ते लागू ने। आखो सतनाम श्री वाहिगुरु। गुरमुखां दे नहीं गल्लां ये लागू। 40 पुर होए 85 पग खिसै 60 के वडेपा आवे। 17 का मत हीन 80 का व्यवहार ना पावे। 80 साल की उम्र होती है भाई, वो व्यवहार जो जवानी में करता बंदा गुरमुख को व्यवहार नहीं कर सकता। तो सतनाम श्री वाहिगुरु। फिर 9 में का से जसनी मूल न जाने अप भल। 90 साल की उम्र होती है, फिर 9 का से आसनी, ओदा आसन भाई सेठ मंजे ते ही होंदी है। आपको सतनाम श्री वाहिगुरु। 9 का से जासनी भूल न जाने अप बल। ढंडोलम ढूंढम डिठम है। गुरु नानक देव महाराज आखदे भाई मैं सारी दुनिया ढोल के वेख लई है, मैं सारी दुनिया लभ लई है। भाई की निचोड़ निकलिया, ढंडोलम ढूंढम डिठम है। नानक जग धुएं का धौल हर। आपको सतनाम श्री वाहिगुरु। धौल कहते ने गुरमुखों पे बदल नूं, ते गुरु नानक देव महाराज आखदे ने भाई दुनिया एक बदल दे पहाड़ की तरह है। किसी भट्ठे के लागे नहीं जाते होइए ना आपां गुरमुखों पे इट्टां वाले भट्ठे लागे, पहला भट्ठे बहुत होंदे सी, हुण घट गए ने। भट्ठे के लागे नहीं जाते होइए, ओदी चिमनी दे विचों धुआं निकलता है, चिमनी विचों धुआं निकलता है। जो चिमनी के विचों निकलता ना धुआं भाई मोटा मोटा लगता है। जो हवा आती है, जो हवा आती है ना गुरमुखों प्यारे, वो बदल वो धुआं गुरमुखों प्यारे हौली हौली खिलरता खिलरता खिलर जाता है। तो गुरु नानक देव महाराज आखते ने भाई ए दुनिया के लोगों, तुसीं दुनिया के पैदा हुए सी, अनलोकी आके ही बच्चा, फिर थोड़ा जवान होया, नौजवान, उस तो थोड़ा और बड़ा होया अधखड़, उस तो बाद बड़ा होया फिर कहते ने बुढ़ेपा, बुजुर्ग, बुजुर्ग तो बाद खत्म हो गया कहानी सारी। आपको सतनाम श्री वाहिगुरु। ये खेड खत्म हो जानी है गुरमुख हो गया। सतगुरां ने मनुखा दे ही दी है भाई, ये तो लाभ प्राप्त करिए। 4 पांव 2 सिंह
ਗੁੰਗ ਮੁਖ ਕਹਿੰਦੇ ਜਦੋਂ ਚਾਰ ਪੈਰ ਲੱਗ ਗਏ, ਚਾਰ ਪਾਉ ਦੋਏ ਸਿੰਘ ਭਾਈ, ਦੋ ਸਿੰਘ ਲੱਗ ਗਏ। ਦੋ ਸਿੰਘ ਕਿਹਨਾਂ ਦੇ ਹੁੰਦੇ ਭਾਈ? ਪਸ਼ੂਆਂ ਦੇ ਹੁੰਦੇ ਆ ਨਾ। ਸਤਿਗੁਰ ਆਖਦੇ ਨੇ ਚਾਰ ਪਾਉ ਦੋਏ ਸਿੰਘ ਗੁੰਗ ਮੁਖ ਗੁੰਗਾ ਹੋ ਗਿਆ ਤਬ ਕੈਸੇ ਗੁਣ ਗਈ ਹੈ। फिर जपोगे मुझे निकलूंगा वाहेगुरु, नहीं निकलना ना मुझको हो गया, नहीं निकलना। इस करके मनुखा दे निकली है भाई, हुण जप सकते हैं तब कैसे गुण गई है। अब ना भजस भजस कब भाई, कोई आवे अंत ना भजिया जाई मेरे को प्यारियो। कहते जो अंत सेवन समा गया ना भाई, ना भजिया जाए। ये दो अर्थ निकलते हैं, ना भजिया जाए। भजन के दो अर्थ बनते हैं। कहते जो अंत वेला आ गया भाई, मौत आ गई, धन लैन वास्ते जगदूत आ गया ना जे, आवे अंत ना भजिया जाए। कहते ना ही तुहाडे कोल भजिया सिमरिया जाना, दूजा अर्थ ना भजिया ही जाना है। आखो सतनाम श्री वाहिगुरु। वो जगदूतां तो छुट के भाई, ना भजिया ही जाना, ना भजिया भजिया सिमरिया जाना। जे जे कोई बाणी को हौली आराम ना पढ़ावे ना गुरमुख को प्यारियो, फिर व्याख्या करने की लोड़ ही नहीं पैंदी। जे जल्दी जल्दी कोई बाणी पढ़ावे गुरमुख को प्यारियो, ना पढ़ने वाले के पल्ले कुछ पवेगा, ना सुनने वाले के पल्ले पवेगा। तो सतनाम श्री वाहिगुरु। इस करके मैं बेनती करना भाई, सुखमनी साहिब जी के पाठ करते हैं, घट तो घट 2 घंटे लाया करिए आप, घट तो घट 2 घंटे आराम के नाल कराउण वालियां नूं भी फायदा होवे ते करन वालियां नूं भी कोई फायदा होवे। आपको सतनाम श्री वाहिगुरु। ते जथे दी भेटा यही मंगी दी भाई, जिथे भी जाके पुछदे तुहाडी भेटा की है, यही आखीदा जी घट तो घट 2 घंटे, 1.5 या 2, जिथे अद्धा घंटा मिले घंटा मिले उत्थे नहीं जाईदा। क्योंकि सतगुरां दी गुरबाणी, सतगुरां दा ज्ञान आप जी पता है। सुल्तानपुर लोधी आप सिलाई की दुकाना दोनों को प्यार कपड़े भी सी दे, तो सतगुर आखते हैं भाई किरत पहले नंबर पे, किरत करो फिर नाम जपो तो फिर वंड के छको। किरत पहले नंबर पे, नाम बाद लिखा, किरत करो नाम जपो तो वंड के छको करो। मैं बेनती करता हूँ ना, अज भाई जी दुकान में लॉक लाया ना, लॉक करके आए हैं भाई, कोई ना कोई सानू भी फायदा हो, परमात्मा खुश होते, कोई संगत में गुरु संगत को कुछ दईए, कुछ दईए, कुछ सुझाव गुरु को प्यारियो, फायदा फिर ही है। आपको सतनाम श्री वाहिगुरु। इस करके अब ना भजस भजस का भाई आवे अंत ना भजिया जाए गुरु को प्यारे। वो तेथों नाम जपिया नहीं जाना। ये बाणी की पंक्तियां के अर्थ ने भाई व्याख्या है, जिस वादे से पढ़ते हैं आप। वो जदों तेरा काल आ गया, ये तो नाम जपिया नहीं जाना। वो जदों तेरा काल आ गया, नाम जपिया नहीं जाना। वो जदों तेरा काल आ गया, ये तो नाम जपिया नहीं जाना। वो जदों तेरा काल आ गया, ये तो नाम जपिया नहीं जाना। जदों तेरा काल आ गया, वो ये तो नाम जपिया नहीं जाना। जदों तेरा काल आ गया। भाई जेड़ा जप लू, जेड़ा छुट के भज लू, वो ना जपे बेशक। जे तू गुरबाणी ते भरोसा है, विश्वास है, ये सच है, ये धुरों आई है, धुर की बाणी आई, ते सगली जंत मिटाई। मिटाई। भाई सारे बोलो रसना पचहत्तर करो। होते तो नाम जपिया नहीं जाना। जदों तेरा काल आ गया, ये तो नाम जपिया नहीं जाना। वो जदों तेरा काल आ गया, नाम जपिया नहीं जाना। वो जदों तेरा आ गया, वो जो नाम जपिया
ਬੀਬੀਆਂ ਬੋਲੋ ਜਦੋਂ ਤੇਰਾ ਜਦੋਂ ਤੇਰਾ ਕਾਲ ਭਾਈ ਉਹ ਜਦੋਂ ਤੇਰਾ ਉੱਤੇ ਤੋਂ ਆਪਣਾ ਭਜਸ ਭਜਸ ਕਬ ਭਾਈ ਆ ਫਿਰ ਨਹੀਂ ਜਪਿਆ ਜਾਣਾ ਧੰਨ ਧੰਨ ਗੁਰਦੇਵ ਬਾਦ ਮਹਾਰਾਜ ਫਰਮਾਨ ਕਰਦੇ ਨੇ ਜੋ ਦਿਸੈ ਸੋ ਸਗਲ ਵਿਨਾਸ਼ੈ ਜਿਉ ਬਾਦਲ ਕੀ ਛਾਈ ਜਿਉ ਬੱਦਲ ਦੀ ਛਾਂ ਬਿਲਕੁਲ ਹੋ ਗਿਆ ਸਦਾ ਨਹੀਂ ਰਹਿੰਦੀ ਖਤਮ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ ਭਾਈ ਕਿ ਤੂੰ ਇਹਦੀ ਬੱਦਲ ਦੀ ਤਰ੍ਹਾਂ ਤੇ ਗੁਰਦੇਵ ਬਾਦ ਮਹਾਰਾਜ ਆਖਰੀ ਪੰਕਤੀ ਨੂੰ ਫਰਮਾਨ ਕਰਦੇ ਨੇ ਜਨ ਨਾਨਕ ਜਗ ਜਾਣਿਓ ਮਿਥਿਆ ਇਹ ਮਿਥਿਆ ਹੈ ਭਾਈ ਜਨ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਨਾਈ ਭਾਈ ਜਿਹੜੇ ਉਸ ਰਾਮ ਦੀ ਸ਼ਰਨ ਵਿੱਚ ਆ ਗਿਆ ਜਿਨ੍ਹਾਂ ਨੇ ਉਸ ਰਾਮ ਨੂੰ ਜਾਣ ਲਿਆ ਭਾਈ ਉਹਨਾਂ ਨੂੰ ਗਿਆਨ ਹੋ ਗਿਆ ਵੀ ਸਦਾ ਨਹੀਂ ਬੈਠੇ ਰਹਿਣਾ ਚਲੇ ਜਾਣਾ ਗੁਰਮੁਖ ਹੋ ਗਿਆ ਦੁਨੀਆ ਬਣੀ ਖੇਲ ਤਮਾਸ਼ਾ ਇੱਕ ਦਾ ਰੋਣਾ ਇੱਕ ਦਾ ਹਾਸਾ ਕਿਧਰੇ ਜਦੋਂ ਗੁਰਮੁਖ ਹੋ ਪਿਆਰਿਓ ਕੋ ਬਰਾਤ ਜਿਹੜੀ ਜਾ ਰਹੀ ਹੁੰਦੀ ਹੈ ਦੂਜੇ ਪਾਸੇ ਕਿਹੜੇ ਸਾਹਮਣੇ ਵਿਅਕਤੀ ਆ ਰਹੀ ਹੁੰਦੀ ਦੁਨੀਆ ਬਣੀ ਖੇਲ ਤਮਾਸ਼ਾ ਇੱਕ ਦਾ ਰੋਣਾ ਇੱਕ ਦਾ ਹਾਸਾ ਮੌਤ ਬਣੀ ਜ਼ਿੰਦਗੀ ਨੂੰ ਖਾਣੀ ਇਹ ਜ਼ਿੰਦਗੀ ਹੈ ਹਰ ਦਾ ਪਾਣੀ ਇੱਥੇ ਬੈਠ ਕਿਸੇ ਨਹੀਂ ਰਹਿਣਾ ਉਹ ਮਰਨਾ ਹੋਰ ਟਿਕਾਣਾ ਹੋ ਦੁਨੀਆ ਬਣੀ ਮੁਸਾਫਰ ਖਾਨਾ ਜੋ ਆਇਆ ਤਿਸ ਜਾਣਾ ਹੋ ਆਪਕੋ ਸਤਨਾਮ ਸ਼੍ਰੀ ਵਾਹਿਗੁਰੂ ਭਾਈ ਜਿਹੜਾ ਦੁਨੀਆ ਤੇ ਆ ਗਿਆ ਉਹਨੇ ਚਲੇ ਜਾਣਾ ਹੁਕਮ ਹੋਇਆ ਸੀ ਲੋਕਾਂ ਕੋ ਪਿਆਰਿਓ 2 ਵਜੇ ਤੱਕ ਤੱਕ ਆਪਾਂ ਸਿਰਫ ਹੁਣ 10-15 ਮਿੰਟ ਦੀ ਸਮਾਪਤੀ ਕਰਦੇ ਨੇ 2 ਦਿਨ ਹੋਣੇ ਸਤਿਗੁਰ ਕਿਰਪਾ ਕਰ ਗੁਰਮੁਖ ਕੋ ਪਿਆਰ ਜੋ ਪਰਿਵਾਰ ਅੱਜ ਗੁਰਮੁਖਾਂ ਪਿਆਰਿਆਂ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਨੇ ਸਤਿਗੁਰ ਕਿਰਪਾ ਕਰ ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਸਾਰਿਆਂ ਦੇ ਪਰਿਵਾਰਾਂ ਦੇ ਸਿਰਾਂ ਤੇ ਸਤਿਗੁਰ ਮੇਰਾ ਪ੍ਰਯਾਸ ਕਰਨੀ ਤੰਦਰੁਸਤੀਆਂ ਬਖਸ਼ਿਸ਼ ਕਰਨ ਦੁੱਖ ਕਲੇਸ਼ ਬਿਮਾਰੀਆਂ ਤੋਂ ਦੂਰ ਨਾਮ ਦਾ ਰੰਗ ਕੇ ਸਾਥ ਦਾ ਸੰਗ ਬਖਸ਼ਿਸ਼ ਕਰਨ ਗੁਰਮੁਖ ਹੋ ਪਿਆਰਿਓ ਕਿਰਪਾ ਕਰਨ ਇਹ ਘੜੀਆਂ ਨੇ ਗੁਰਮੁਖ ਹੋ ਪਿਆਰਿਓ ਇਹ ਸਮਾਂ ਹੈ ਜਿਹਨੇ ਸਾਡਾ ਅੰਤ ਵੇਲੇ ਸਾਥ ਦੇਣਾ ਗੁਰਮੁਖ ਹੋ ਪਿਆਰਿਓ ਮੈਂ ਬੇਨਤੀ ਕਰਦਾ ਹਾਂ ਕਿ ਅਗਰ ਆਪਾਂ ਅਖਬਾਰਾਂ ਸੁਣੀ ਦਾ ਪੜ੍ਹੀ ਰਿਹਾ ਗੁਰਮੁਖ ਹੋ ਪਿਆਰਿਓ ਕਿ ਫਲਾਣੇ ਬੰਦੇ ਦਾ ਕਰੰਟ ਵਾਲੀ ਤਾਰ ਨੂੰ ਹੱਥ ਲੱਗਾ ਪਿਆ ਸੀ ਪਤਾ ਨਹੀਂ ਪਿੱਛੋਂ ਲਾਈਟ ਕਿੱਦਾਂ ਚਲੀ ਗਈ ਗੁਰਮੁਖ ਹੱਥ ਲੱਗੇ ਹੁੰਦੇ ਨੇ ਪਿੱਛੋਂ ਲਾਈਟ ਚਲੇ ਕਿੱਦਾਂ ਜਾਂਦੀ ਹੈ ਉਹ ਲਾਈਟ ਕੱਢਣ ਵਾਲਾ ਕੌਣ ਹੁੰਦਾ ਹੈ ਆ ਸਾਡਾ ਜਪਿਆ ਹੋਇਆ ਨਾਮ ਵਿੱਚ ਆ ਕੇ ਖੜ ਜਾਂਦਾ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਨੂੰ ਪਤਾ ਨਹੀਂ ਹੁੰਦਾ ਕਈ ਵਾਰ ਚੇਤਾ ਨਹੀਂ ਹੁੰਦਾ ਕਿੱਥੇ ਸੰਗਤ ਵਿੱਚ ਬੈਠੇ ਹੋਵਾਂਗੇ ਬਈ ਕਿੱਥੇ ਜਪਿਆ ਹੋਏਗਾ ਪਰ ਸਤਿਗੁਰ ਘੜੀ ਘੜੀ ਦਾ ਲੇਖਾ ਸਾਡੀ ਝੋਲੀ ਚ ਪਾਉਂਦੇ ਨੇ ਪਤਿਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭੰਨੈ ਕਾਲੇ ਗੁਰਮੁਖ ਪਿਆਰੋ ਤਿਲ ਜਿੱਤੀ ਹੋਈ ਕਾਲੀ ਹੋਈ ਕਾਲਨਾ ਸਤਿਗੁਰ ਬਿਰਦ ਨਹੀਂ ਜਾਣ ਦਿੰਦੇ ਆਪਕੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਵਾਰ ਆਪਾਂ ਇਹ ਵੀ ਸੁਣੀਦਾ ਗੁਰਮੁਖ ਪਿਆਰਿਓ ਕਿ ਫਲਾਣੇ ਬੰਦੇ ਦਾ ਗੱਡੀ ਦਾ ਐਕਸੀਡੈਂਟ ਹੋ ਗਿਆ ਗੱਡੀ ਚੂਰ ਹੋ ਗਈ ਵਿੱਚ ਬੈਠਾ ਪਤਾ ਨਹੀਂ ਕਿੱਦਾਂ ਬਚ ਗਿਆ ਉਹ ਗੱਡੀਆਂ ਚੂਰ ਹੋ ਜਾਂਦੀਆਂ ਨੇ ਵਿੱਚ ਬੈਠੇ ਬਚ ਕੇ ਨਾ ਜਾਈਦਾ ਅਸਲ ਜਪਿਆ ਹੋਇਆ ਬੈਠਿਆ ਹੋਇਆ ਸੰਗਤ ਵਿੱਚ ਗੁਰਮੁਖ ਵਿੱਚ ਆ ਕੇ ਖੜ ਜਾਂਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਵੀ ਸੋਚਣਾ ਕਿ ਗੁਰਮੁਖ ਕੋ ਜਦੋਂ ਆਇਆ ਸੀ ਹਟੇ ਹੀ ਨਹੀਂ ਸਾਡਾ ਸਮਾਂ ਹੀ ਬਰਬਾਦ ਹੋ ਗਿਆ ਨਹੀਂ ਭਾਈ ਇਹ ਤਾਂ ਇੱਕ ਘੜੀ ਆਦੀ ਹੁੰਦੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਬੋਲੋ ਜੀ ਲਾਭ ਹੀ ਲਾਭ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਘੜੀ ਦਾ ਵੀ ਜਪਿਆ ਹੋਇਆ ਗੁਰਮੁਖ ਉੱਪਰ ਲਿਖੇ ਚ ਪੈ ਜਾਂਦਾ ਆਓ ਸਿਰਫ 5-10 ਮਿੰਟ ਸਮਾਪਤੀ ਗੁਰਮੁਖ ਹੋ ਪਿਆਰਿਓ ਇੱਕ ਸੇਠ ਵਪਾਰ ਕਰਦਾ ਸੀ ਗੁਰਮੁਖ ਹੋ ਪਿਆਰਿਓ ਵਪਾਰੀ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਉਹਨੇ ਵਪਾਰ ਕਰਨਾ ਕਹਿੰਦੇ ਘਰੋਂ ਚੱਲਿਆ ਘਰ ਵਾਲੀ ਆ ਗਈ ਜਲਦੀ ਆ ਜਾਓ ਜੀ ਅੱਜ ਤੁਰ ਪਿਆ ਗੁਰਮੁਖ ਹੋ ਪਿਆਰਿਓ ਚੱਲਦਾ ਇੱਕ ਦੂਰ ਪਿੰਡ 'ਚ ਪਹੁੰਚ ਗਿਆ ਇਹ ਸਮਝਾਉਣ ਵਾਸਤੇ ਗੁਰਮੁਖ ਹੋ ਪਿਆਰਿਓ
दृष्टांत साखी प्रतख ते गुरमुखों प्यारिओ ये वक्रिया वक्रिया साखियां होंदियां ने समझण वास्ते ज्ञान लैण वास्ते। कहते जो पहुंचा रात पै गई दूर च निकल गया हुण वेखिया हनेरा हो गया रात पै गई ये तो कोई ज्ञान लेना गुरमुखों साखी तो कोई ज्ञान है पढ़े बनना अपने ना भी हुई गुरमुखों प्यारिओ आपां भी इस बात लोग तो जाना जी। कहते पहुंचा नगर विच हनेरा हो गया पहले समय में डंडियां होंदियां सन हुण रस्ते बन गए पक्के ने सोचण लगा मन दे विच डंडियां का रस्ता जंगल का रस्ता दिने मैं आ गया हुण रात को मेरे नाल कौन जाऊगा पिंड विच जे गया जाके आखन लगा कहना मैं मजदूरी दे दूंगा कोई ना कोई मेरे नाल मेरे पिंड तक चला जाए साखी आउंदी है सस्ते मजदूर की मेरे नाल कोई चला जाए कोई पिंड चों गुरमुखों के नाल जाण वास्ते तैयार ना होया दुख विच विरले विरले लागे लगदे ने गुरमुखों प्यारिओ सुख में आण पहुंच कर बैठ जाओ जिस घेरै लिफ्ट पड़ी सब ही संग शागर को ना आवत नेड़ा गुरमुखों प्यारिओ बिरता वेले कोई बिरला बिरला ही लागे लगदा जे जदों वक्त इंसान ते आण पैंदा सब दसियां दे बन वो कट जांदे बुरे भले दी कोई नहीं परख करदा ते मित्र मित्रां दा पासा वट जांदे गुरमुखों प्यारिओ औखी वेले कोई बिरला ही खड़दा पिंड वाले आखन लगे कि नहीं तेरा बहुत रात हो गई है असीं नहीं जाना तेरे नाल कौन जाएगा हुण इहदे पिंड दे बाहर कखा की छन पा के कोई रब दे प्यारे बैठे ने जिन्हां दुनिया आखदी पर फकाई पराया वास्ते इन्हें तेरे नाल कोई जा सकता होर कोई तेरे नाल नहीं जाएगा गया जाके देखिया शाम का वेला रब दे प्यारे महापुरख संध्या वेला वो परमात्मा की याद में जुड़े पै गए अपने सतनाम श्री वाहिगुरु देखिया सिमरन कर रहे ने बाहर बैठ गया अखा दी ढोंडी दे मोरे जो समाप्ति की महापुरखा ने पूछन लगे कहन लगे आओ महापुरखों की काम है वो सेठ को पूछन लगे दसो जी महापुरखों की काम है महापुरखा वास्ते गुरमुखों प्यारे सारे महापुरख होंदे ने ते चोरां वास्ते सारे चोर ही होंदे ने ठग्गां वास्ते सारे ठग ही होंदे ने गुरमुखों प्यारिओ इस करके महापुरख आखन लगे दसो भाई महापुरखों आओ की काम है कहने लगा जी इस तरह मैं मजदूरी करना सेठ है व्यापार करना है अज तुहाडे नगर विच आया है हनेरा हो गया मेरे नाल जाण वास्ते कोई तैयार नहीं होया पिंड विचों उन्होंने तुहाडी दस पाई है तुसीं नाल जा सकते हो महापुरख आखन लगे जरूर चले जावांगे पर साडियां दो शर्तां ने कहंदे दसो कि कहते चाहे गुरु घर की गल सुनता जाई ते चाहे गुरु घर की गल सुनाउंदा जाई आखो सतनाम श्री वाहिगुरु रब दे प्यारे गुरमुखों प्यारो वो तो यही चाहते हैं गुरु घर की गल करना जो पवे ते चाहे दसनी आखो सतनाम श्री वाहिगुरु कहता जिन्नी मजदूरी बनेगी मैं दे देवांगा जिन्नी पैसा चाहे तो मैं दे देवांगा कहते की आखन लगा सेठ कहना तुम गुरु घर की गल आउंदी तो है नहीं कोई हुण गुरु घर की गल उन्होंने आवेगी जिहड़ा संगत जाके बैठूगा जिहड़ा संगत में जाके 10 रुपये रखे बेड़ा कढ़िया चला गया उन्होंने गुरु घर की गल करोगी आपको सतनाम श्री वाहिगुरु इस करके गुरमुखों प्यारिओ सतगुरु आखदे ने भाई केवल तुहाड़ियां भेटां मैनूं नहीं चाहिदियां भाई जो मैं ज्ञान तुहानूं दे के गया वो भी लो आखो सतनाम श्री वाहिगुरु सतगुर की प्रतीत ना आईया शब्द ना लागो भाओ उस सुख ना हो जाए कहते जिन्हों प्रेम नहीं पिया शब्द के नाल जिन्हों कीर्तन के नाल प्रेम नहीं ना पिया जिन्हों बाणी चंगी नहीं लगी जिन्हों व्याख्या अज तक चंगी नहीं ना लगी सतगुर आखते ने भाई सतगुर की प्रतीत ना आई शब्द ना लागू भाओ भाओ मतलब प्यारा नहीं लगा है ना सतगुर की प्रतीत ना आई शब्द ना लागो भाओ उस सुख ना उपजाए भाई सुख की प्राप्ति नहीं कर सकता आखो सतनाम श्री वाहिगुरु उस
ਸੁਖ ਨਾ ਉਪਜੈ ਭਾਵੇਂ 100 ਗੇੜਾ ਆਵੋ ਤੇ ਲਾਵੋ ਕੋ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰਾਂ ਦੇ ਭਾਈ ਤੂੰ ਗੁਰਦੁਆਰੇ ਦਿਹਾੜੀ 'ਚ 1 ਵਾਰੀ ਤੇ ਕੀ 2 ਵਾਰੀ ਤੇ ਕੀ ਭਾਈ ਭਾਵੇਂ 100 ਵਾਰੀ ਗੁਰਦੁਆਰੇ ਆ ਜਾ ਕਰ ਮੱਥਾ ਟੇਕਿਆ ਕਰ ਚਲਾ ਜਾਇਆ ਕਰ ਤੇਰਾ ਲੇਕੇ 'ਚ ਵੀ ਕਹਿਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸੇ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਭਾਈ ਆਪਾਂ ਬਹਿਣਾ ਸੀ ਉਸ ਵੇਲੇ ਮਹਾਂਪੁਰਖ ਆਖਦੇ ਨੇ ਚਾਹੇ ਗੁਰੂ ਘਰ ਦੀ ਗੱਲ ਸੁਣਦਾ ਜਾਏ ਚਾਹੇ ਸੁਣਦਾ ਜਾਏ ਉਹ ਕਹਿੰਦਾ ਮੈਨੂੰ ਆਉਂਦੀ ਤੇ ਹੈ ਨਹੀਂ ਚਲ ਮੈਂ ਸੁਣਦਾ ਜਾਵਾਂ ਮਹਾਂਪੁਰਖ ਗੁਰੂ ਘਰ ਦੀ ਗੱਲ ਸੁਣਾਈ ਜਾ ਰਹੇ ਨੇ ਕਰੀ ਜਾ ਰਹੇ ਨੇ ਪੁਸਤਕ ਕਰੀ ਜਾ ਰਹੇ ਨੇ ਕੋਈ ਮੁੱਖ ਗਿਆਨ ਉਹ ਪਹੁੰਚ ਗਏ ਨੇ ਉਹ ਸੇਠ ਦੇ ਘਰੇ ਮਹਾਂਪੁਰਖਾਂ ਵਾਸਤੇ ਵੱਖਰਾ ਕਮਰਾ ਖੋਲ ਦਿੱਤਾ ਅੰਮ੍ਰਿਤ ਵੇਲਾ ਹੋਇਆ ਇਸ਼ਨਾਨ ਵੀ ਕਰਾਇਆ ਮਹਾਂਪੁਰਖਾਂ ਦਾ ਉਸ ਵੇਲੇ ਜੋ ਸਰਦੀ ਬਣਦੀ ਭੇਟਾ ਵੀ ਦਿੱਤੀ ਮਹਾਂਪੁਰਖ ਤੁਰੇ ਘਰੋਂ ਸੇਠ ਦੇ ਥੋੜੀ ਦੂਰ ਗਏ ਜਾ ਕੇ ਵੀ ਵਾਪਸ ਆ ਰਹੇ ਇਧਰ ਧਿਆਨ ਦਿਓ ਉਸ ਵੇਲੇ ਸੇਠ ਸੋਚਦਾ ਲੱਗਦਾ ਮਹਾਂਪੁਰਖਾਂ ਦੀ ਕੋਈ ਚੀਜ਼ ਰਹਿ ਗਈ ਕੋਈ ਵਸਤੂ ਰਹਿ ਗਈ ਹੈ ਲੈਣ ਵਾਸਤੇ ਆ ਰਹੇ ਨੇ ਕਹਿੰਦਾ ਮਹਾਂਪੁਰਖੋ ਤੁਹਾਡੀ ਕੋਈ ਚੀਜ਼ ਰਹਿ ਗਈ ਹੈ ਲੈਣ ਵਾਸਤੇ ਆਇਓ ਕੀ ਆਖਣ ਲੱਗੇ ਕਹਿੰਦੇ ਸੇਠ ਜੀ ਮੇਰੀ ਚੀਜ਼ ਨਹੀਂ ਰਹੀ ਕੋਈ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਹਿੰਦੇ ਦੱਸੋ ਇਹਦੇ ਸੇਠ ਦੀ ਅੱਜ ਤੋਂ 7ਵੇਂ ਦਿਨ ਤੁਸੀਂ ਚੜ੍ਹਾਈ ਕਰ ਜਾਣਾ ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਤੋਂ 7ਵੇਂ ਦਿਨ ਤੁਸੀਂ ਇਸ ਦੁਨੀਆ ਤੋਂ ਮਾਤ ਲੋਕ ਨੂੰ ਚਲਾਣਾ ਕਰ ਜਾਣਾ ਜੇ ਕਿਸੇ ਨਾਲ ਵੀ ਕੋਈ ਹਿਸਾਬ ਕਿਤਾਬ ਕਰਨਾ ਕਰ ਲਓ ਕਿਸੇ ਕੋ ਲੈਣਾ ਕਿਸੇ ਨੂੰ ਦੇਣਾ ਦੇ ਦਿਓ ਅੱਛਾ ਮਹਾਂਪੁਰਖ ਆਖਣ ਲੱਗੇ ਤੁਹਾਨੂੰ ਜਮਦੂਤ ਲੈਣ ਵਾਸਤੇ ਆਉਣਗੇ ਤੁਹਾਨੂੰ ਮਾਰਦਿਆਂ ਨੂੰ ਕੁੱਟਦਿਆਂ ਨੂੰ ਉਹ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਕਰਨਗੇ ਧਰਮਰਾਜ ਤੁਹਾਨੂੰ ਪੁੱਛੇਗਾ ਕਿ ਦੁਨੀਆ ਦੇ ਭੇਜਿਆ ਸੀ ਕਿੰਨੇ ਚੰਗੇ ਕੰਮ ਕੀਤੇ ਨੇ ਤੇ ਕਿੰਨੇ ਮਾੜੇ ਕੰਮ ਕੀਤੇ ਨੇ ਕਿੰਨੀ ਸੰਗਤ ਕੀਤੀ ਹੈ ਤੇ ਕਿੰਨੀ ਕੁਸੰਗਤ ਕੀਤੀ ਹੈ ਧਰਮਰਾਜ ਪੁੱਛੇਗਾ ਤੁਹਾਨੂੰ ਪੁੱਛੇਗਾ ਕਿ 4 ਘੜੀਆਂ ਤੁਸੀਂ ਮਾਤ ਲੋਕ ਤੇ ਅੱਜ ਮੇਰੇ ਨਾਲ ਬਤਾਈ ਜਾਣਾ ਧਰਮਰਾਜ ਪੁੱਛੇਗਾ ਤੁਹਾਨੂੰ ਕਿ ਉਸ 4 ਘੜੀਆਂ ਦਾ ਫਲ ਇਹਨਾਂ ਚਾਹੀਦਾ ਹੈ ਕਿ ਸਾਰੀ ਉਮਰ ਮਾੜੀ ਸੰਗਤ ਕੀਤੀ ਹੈ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਤੁਸੀਂ ਇਹ ਆਖਦੇ ਨਾ ਕਿ ਜਿਹਨੇ 4 ਘੜੀਆਂ ਸਤ ਸੰਗਤ ਕੀਤੀ ਹੈ ਉਹਦਾ ਫਲ ਪਹਿਲਾਂ ਮਿਲ ਜਾਵੇ ਗੁਰਮੁਖ ਹੋ ਗਿਆ ਉਸ ਵੇਲੇ ਆਪ ਦਿੱਤਾ ਮਹਾਂਪੁਰਖਾਂ ਨੇ ਕਿ 4 ਘੜੀਆਂ ਦਾ ਫਲ ਪਹਿਲਾਂ ਮੰਗ ਲੈਣਾ ਕਹਿੰਦੇ ਬਾਕੀ ਅਸੀਂ ਆਪਣੇ ਆਪ ਸੰਭਾਲਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਨ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਂ ਨਾ ਤੂੰ ਨਾ ਸੁਖੈ ਨਿਕਲਣਾ ਜਾਇਓ ਦੂਤ ਮੈਂ ਵੀ ਆਣਾ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ ਲਹਿਰਾ ਅਸਲ ਤੋਂ ਬਾਅਦ ਪੜ੍ਹਦੇ ਆ ਨਾ ਜੈ ਸਾਧੂ ਗੋਬਿੰਦ ਭਜਨ ਜਿੱਥੇ ਰੱਬ ਦੇ ਪਿਆਰੇ ਹੋਣ ਪਰਮਾਤਮਾ ਦਾ ਨਾਮ ਹੋਵੇ ਭਜਨ ਹੁੰਦਾ ਹੋਵੇ ਭਾਈ ਉੱਥੇ ਧਰਮਰਾਜ ਆਂਦਾ ਪਰ ਜਮਦੂਤਾਂ ਨੂੰ ਭਾਈ ਉੱਥੇ ਨਾ ਜਾਇਓ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਦੀ ਨਾ ਹੋ ਕਹਿੰਦੇ ਜੇ ਉਹਨਾਂ ਰੱਬ ਦੇ ਪਿਆਰੇ ਤੁਹਾਨੂੰ ਫੜ ਕੇ ਬੰਨ ਲਿਆ ਨਾ ਹੋ ਨਾ ਮਿਲ ਕੋ ਛੁਡਾਇਆ ਜਾਣਾ ਨਾ ਹੋ ਨਾ ਤੂੰ ਨੋ ਤੁਹਾਡੇ ਤੋਂ ਛੁੱਟੇ ਜਾਣਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾ ਹੋ ਨਾ ਤੂੰ ਨਾ ਛੁੱਟਿਆ ਨਿਕਟ ਨਾ ਜਾਇਓ ਦੂਤ ਐ ਦੂਤੋ ਉੱਥੇ ਨਾ ਜਾਇਓ ਉਹ ਬੱਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ ਬੱਦੀ ਦੇ ਮਰ ਜਾਓਗੇ ਨੇੜੇ ਤੇ ਮਰ ਜਾਓਗੇ ਨੇੜੇ ਨਾ ਜਾਇਓ ਬੱਦੀ ਤੇ ਮਰ ਜਾਓਗੇ ਨੇੜੇ ਨਾ ਜਾਇਓ ਬੱਦੀ ਤੇ ਮਰ ਜਾਓਗੇ ਨੇੜੇ ਨਾ ਜਾਇਓ ਬੜੀ ਸੱਚ ਹੈ ਤੇ ਮਰ ਜਾਓਗੇ
ਜਿਹੜੇ ਨਾ ਜਾਇਓ ਪੁੱਤ ਭਗਤੀ ਤੇ ਮਰ ਜਾਓਗੇ ਜਿਹੜੇ ਨਾ ਜਾਇਓ ਪੁੱਤ ਮਰ ਜਾਓਗੇ ਜਿਹੜੇ ਨਾ ਜਾਇਓ ਭਗਤੀ ਤੇ ਮਰ ਜਾਓਗੇ ਜਿਹੜੇ ਨਾ ਜਾਇਓ ਐਸਾ ਗੁਰੂ ਕਦਨਾ ਉਸ ਵੇਲੇ ਧਰਮਰਾਜ ਗੁਰਮੁਖੋ ਕਹਿੰਦੇ ਆਖਣ ਲੱਗੇ ਇਹ ਤੁਹਾਨੂੰ ਪੁੱਛੇਗਾ ਉਹ ਫਲ ਪਹਿਲਾਂ ਚਾਹੀਦਾ ਤੇ ਸਜ਼ਾ ਪਹਿਲਾਂ ਚਾਹੀਦੀ ਹੈ ਤੁਸੀਂ ਆਖ ਦੇਣਾ ਸੇਵਕ ਜੀ ਆਖ ਦੇਣਾ ਕਿ 4 ਘੜੀਆਂ ਸਤਸੰਗ ਕੀਤੀ ਸੀ ਉਹਦਾ ਫਲ ਪਹਿਲਾਂ ਮਿਲੇਗਾ ਇਸੇ ਤਰ੍ਹਾਂ ਹੋਇਆ ਕਿ ਸਤਮਾ ਦਿਨ ਹੋਇਆ ਉਹ ਸੇਠ ਗੁਰਮੁਖ ਮਾਤ ਲੋਕ ਤੇ ਚੜ੍ਹਾਈ ਕਰ ਗਿਆ ਚਲਾਣਾ ਕਰ ਗਿਆ ਜਮਦੂਤ ਲੈ ਕੇ ਗਿਆ ਗੁਰਮੁਖੋ ਪਿਆਰੇ ਜਾ ਕੇ ਧਰਮਰਾਜ ਦੀ ਕਚਹਿਰੀ ਚ ਪੇਸ਼ ਕੀਤਾ ਦੇਖਣੇ ਕੀਤੇ ਪੁੰਨ ਕਿੰਨੇ ਤੇ ਪਾਪ ਕਿੰਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੇਖਿਆ ਕਿ 4 ਘੜੀਆਂ ਸਾਧ ਸੰਗਤ ਕੀਤੀ ਸੀ ਗੁਰਮੁਖੋ ਆਪਾਂ ਸਤਸੰਗ ਕਰ ਰਹੇ ਹਾਂ ਕਿ ਮਨ ਚ ਆਪਾਂ ਵੀ ਬਿਠਾਉਣੀ ਹੈ ਜਿੱਥੇ ਵੀ ਜਾਂਦੇ ਭਾਈ ਇਹਦਾ ਫਲ ਮਿਲਣਾ ਹੀ ਮਿਲਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਧਰਮਰਾਜ ਆਖਣ ਲੱਗਾ ਦੱਸੋ ਜੀ ਹੁਣ ਫਲ ਪਹਿਲਾਂ ਦਈਏ ਤੇ ਸਜ਼ਾ ਪਹਿਲਾਂ ਦਈਏ ਉਹ ਸੇਠ ਆਖਦਾ ਜੀ ਪਹਿਲਾਂ ਮੈਨੂੰ ਫਲ ਦੇ ਦਿਓ ਇਹਦੇ ਵਿੱਚ 4 ਘੜੀਆਂ ਮਾਤ ਲੋਕ ਤੇ ਬਤੀਤ ਕੀਤੀਆਂ ਸੀ ਜਾਓ ਜਮਦੂਤਾਂ ਨੂੰ ਆਖਣ ਲੱਗਾ ਕਹਿੰਦਾ 4 ਘੜੀਆਂ ਮਾਤ ਦੇ ਨੂੰ ਸੱਚਖੰਡ ਵਿੱਚ ਛੱਡਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਜਮਦੂਤ ਲੈ ਕੇ ਗੁਰਮੁਖੋ ਕਹਿ 4 ਘੜੀਆਂ ਸੱਚਖੰਡ ਵਿੱਚ ਛੱਡਣ ਵਾਸਤੇ ਗਏ ਬਾਹਰ ਛੱਡ ਕੇ ਵਾਪਸ ਆ ਗਏ ਕਿਉਂਕਿ ਕਹਿੰਦੇ ਜਮਦੂਤਾਂ ਨੂੰ ਵੀ ਹੱਕ ਨਹੀਂ ਸੱਚਖੰਡ ਵਿੱਚ ਜਾਣ ਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਸ ਵੇਲੇ ਕੋ 4 ਘੜੀਆਂ ਹੋਈਆਂ ਬਤੀਤ ਧਰਮਰਾਜ ਆਖਣ ਲੱਗਾ ਕਹਿੰਦਾ ਜਾਓ ਪਹਿਲੇ ਆ ਗਏ ਉਹ ਸੇਠ ਨੂੰ 4 ਘੜੀਆਂ ਉਹਦੇ ਬਤੀਤ ਹੋ ਗਈਆਂ ਹੁਣ ਜਮਦੂਤ ਕਹਿ ਜਾ ਕੇ ਵਾਜਾ ਮਾਰਦੇ ਨੇ ਕਹਿੰਦੇ ਆਓ ਸੇਠ ਜੀ ਤੁਹਾਡੀਆਂ 4 ਘੜੀਆਂ ਬਤੀਤ ਹੋ ਗਈਆਂ ਨੇ ਹੁਣ ਤੇ ਜਦੋਂ ਸੇਠ ਗਿਆ ਸੀ ਸੱਚਖੰਡ ਵਿੱਚ ਵੇਖਿਆ ਸਾਹਮਣੇ ਉਹੀ ਮਹਾਂਪੁਰਖ ਜੋ ਮਾਤ ਲੋਕ ਦੇ ਸੀ ਨਾ ਉਹੀ ਸੱਚਖੰਡ ਵਿੱਚ ਬੈਠੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਗੁਰਬਾਣੀ ਪੜ੍ਹਨ ਦੇ ਨਾਲ ਸਿਮਰਨ ਕਰਨ ਦੇ ਨਾਲ ਅਭਿਆਸ ਕਰਨ ਦੇ ਨਾਲ ਗੁਰਮੁਖੋ ਕਈ ਅਵਸਥਾਵਾਂ ਪੈਦਾ ਹੋ ਜਾਂਦੀਆਂ ਨੇ ਸਰੀਰ ਦੇ ਨਾਲ ਸੰਪਰਕ ਟੁੱਟ ਜਾਂਦਾ ਹੈ ਆਖ ਸਤਨਾਮ ਸ੍ਰੀ ਵਾਹਿਗੁਰੂ ਇਹ ਗੁਰਮੁਖੋ ਕਿਉਂ ਰਿਤ ਸਿੱਧੀਆਂ ਉਹ ਰੱਬ ਦੇ ਪੈਰਾਂ ਦੇ ਵਸ ਹੋ ਜਾਂਦੀਆਂ ਨੇ ਆਪਾਂ ਪੜ੍ਹਦੇ ਨੇ ਕਿਸੇ ਦਾ ਨਾਮ ਹੈ ਕੀ ਦਾਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੁਣੀਦਾ ਗੁਰਮੁਖੋ ਪਿਆਰਿਓ ਸੰਤ ਬਾਬਾ ਕਰਤਾਰ ਸਿੰਘ ਜੀ ਦਮਦਮਾ ਸਾਹਿਬ ਵਾਲੇ ਸੁਣੀਦਾ ਗੁਰਮੁਖੋ ਪਿਆਰਿਓ ਉਹ ਮਹਾਂਪੁਰਖਾਂ ਦੀ ਸੇਵਾ ਕਰਨੀ ਸੇਵਾ ਕਰਵਾਉਣੀ ਸੰਗਤਾਂ ਕੋ ਇੰਨੀਆਂ ਬਖਸ਼ਿਸ਼ਾਂ ਸੰਗਤਾਂ ਨੇ ਵੇਖੀਆਂ ਕਹਿੰਦੇ ਇੱਕ ਵਾਰ ਦੀ ਗੱਲ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਦਮਦਮਾ ਸਾਹਿਬ ਵਾਲੇ ਗੁਰਦੁਆਰਾ ਸ਼੍ਰੀ ਬੇਦ ਸਾਹਿਬ ਇਹਦੀ ਸੇਵਾ ਚੱਲਦੀ ਸੀ ਸੰਗਤਾਂ ਆਈਆਂ ਸੀ ਮਹਾਂਪੁਰਖਾਂ ਨੇ ਕਹਿੰਦੇ ਇੱਕੋ ਬਾਲਟੀ ਸੁਣੀਦਾ ਬਜ਼ੁਰਗਾਂ ਤੋਂ ਕਹਿੰਦੇ ਉਹਦੇ ਉੱਤੇ ਕੱਪੜਾ ਪਾਇਆ ਹੋਇਆ ਸੀ ਕੱਪੜਾ ਪਾ ਕੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੀ ਜਾਂਦੇ ਸੀ ਉਹ ਚ ਬਦਾਨਾ ਸੀ ਉਹ ਇੱਕੋ ਬਾਲਟੀ ਦੇ ਨਾਲ ਜਿਹੜੇ ਸਾਰੀ ਸੰਗਤ ਭਗਤਾ ਦਿੱਤੀ ਬਦਾਨਾ ਫਿਰ ਉਹਨੇ ਦਾ ਸਤਨਾਮ ਸ੍ਰੀ ਵਾਹਿਗੁਰੂ ਇਹ ਪ੍ਰਸ਼ਾਦ ਫਿਰ ਉਹਨੇ ਦਾ ਉਹਨਾਂ ਇਹ ਉਹਨਾਂ ਵਾਸਤੇ ਜਿਹੜੀ ਸ਼ੰਕਾ ਕਰਦੇ ਨੇ ਸਾਧਨਾ ਤੇ ਮਹਾਂਪੁਰਖਾਂ ਦੀ ਜਿਹੜੇ ਆਖਦੇ ਮਹਾਂਪੁਰਖ ਕੀ ਹੁੰਦੇ ਨੇ ਮਹਾਂਪੁਰਖ ਨਹੀਂ ਹੁੰਦੇ ਨਹੀਂ ਭਾਈ ਮਹਾਂਪੁਰਖ ਹੁੰਦੇ ਨੇ ਇਹ ਨਹੀਂ ਕਿ ਹੁੰਦੇ ਨਹੀਂ ਮਹਾਂਪੁਰਖ ਹੁੰਦੇ ਨੇ ਅਸਲੀ ਵੀ ਹੁੰਦੇ ਨੇ ਤੇ ਨਕਲੀ ਵੀ ਹੁੰਦੇ ਨੇ ਸਾਧੂ ਵੀ ਹੁੰਦੇ ਨੇ ਤੇ ਅਸਾਧੂ ਵੀ ਹੁੰਦੇ ਨੇ ਗੁਰਮੁਖੋ ਪਿਆਰੇ ਸਾਧ ਵੀ ਹੁੰਦੇ ਨੇ ਅਸਾਧ ਵੀ ਹੁੰਦੇ ਨੇ ਸਤਿਗੁਰਾਂ ਨੇ ਐੜਾ ਲਾਇਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਗੁਰਮੁਖੋ ਕੇ ਕਮਾਈ ਵਿੱਚ ਬਰਕਤਾਂ ਨੇ ਉਸ ਵੇਲੇ ਮਹਾਂਪੁਰਖ ਉਸੇ ਸੱਚਖੰਡ ਵਿੱਚ ਬੈਠੇ ਸਾਹਮਣੇ ਸਰੀਰ ਨੂੰ ਸੰਪਰਕ ਟੁੱਟਾ ਹੋਇਆ ਆਤਮਾ ਨਾਲ ਦੀ ਸੱਚਖੰਡ ਵਿੱਚ ਜਦੋਂ ਲੈਣ ਵਾਲੇ ਜਮਦੂਤ ਆਏ ਵਾਜਾ ਮਾਰ ਰਹੇ ਨੇ ਬਾਹਰੋਂ ਆਓ ਸੇਠ ਜੀ ਤੁਹਾਡੀਆਂ 4 ਘੜੀਆਂ ਬਤੀਤ ਹੋ ਗਈਆਂ ਨੇ ਨਿਕਲੋ ਬਾਹਰ ਨੂੰ ਇਹਨੇ ਮਹਾਂਪੁਰਖਾਂ ਨੇ ਫੜ ਕੇ ਬਾਹਰ ਬਿਠਾ ਲਿਆ ਸੇਠ ਜੀ ਬੈਠ ਜਾਓ ਉਹਨਾਂ ਨੂੰ ਬਾਹਰ ਰੌਲਾ ਪਾਈ ਜਾਣਗੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਜਮਦੂਤ ਆਖਦੇ ਨੇ ਮਹਾਂਪੁਰਖੋ ਉਹ 4 ਘੜੀਆਂ ਮਾਰ ਲੋੜ ਤੁਹਾਡੀਆਂ ਬਤੀਤ ਹੋਈਆਂ ਸੀ ਉਹਦਾ ਫਲ ਉਹਦੇ ਕਰਕੇ 4 ਘੜੀਆਂ ਛੱਡ ਦਿੱਤਾ ਹੁਣ
ਇਹਨੂੰ ਆਉਣ ਦਿਓ ਬਾਹਰ। ਕਹਿੰਦੇ ਨਹੀਂ ਜਾਓ। ਜਾ ਕੇ ਧਰਮਰਾਜ ਨੂੰ ਆਖਿਆ, ਕਹਿਣ ਲੱਗੇ ਜੋ ਸੇਠ ਤੇ ਹੁੰਦਾ ਹੈ ਮਹਾਂਪੁਰਖ ਨਹੀਂ ਆਉਣ ਦਿੰਦੇ, ਇਹਨਾਂ ਕਿੱਦਾਂ ਨਹੀਂ ਆਉਣ ਦਿੰਦੇ, ਮੈਂ ਚੱਲਦਾ ਨਾਲ। ਇਹਦੇ ਧਰਮਰਾਜ ਆਪ ਜਾ ਕੇ ਬਾਜਾ ਮਾਰਦਾ ਬਾਹਰੋਂ, ਸੇਠ ਜੀ ਆ ਜਾਓ। ਮੈਂ ਸੁਣਿਆ ਮਹਾਂਪੁਰਖੋ ਕਿ ਤੁਸੀਂ ਇਸ ਸੇਠ ਨੂੰ ਆਉਣ ਨਹੀਂ ਦਿੰਦੇ। ਮਹਾਂਪੁਰਖ ਆਖਣ ਲੱਗੇ, ਕਹਿਣ ਲੱਗੇ ਧਰਮਰਾਜ ਕੋਈ ਇਸ ਸੇਠ ਦਾ ਹਿਸਾਬ ਜਿਹੜਾ ਸੋਚ ਕੇ ਬਾਅਦ ਇਹਦੇ ਹਿਸਾਬ ਵਿੱਚ ਗਲਤੀ ਹੈ। ਇਹਦੇ ਕੀ ਹੋਇਆ, ਇਹਦੇ 4 ਘੜੀਆਂ ਤੁਹਾਡੇ ਨਾਲ ਬਤੀਤ ਕੀਤੀਆਂ ਹੀ ਮਾਲ ਕੋਲ ਤੇ ਉਹਦਾ ਫਲ 4 ਘੜੀਆਂ ਸੱਚਖੰਡ ਵਿੱਚ ਦੇ ਦਿੱਤਾ ਹੁਣ। ਤੇ ਮਹਾਂਪੁਰਖ ਜੀ ਆਖਣ ਲੱਗੇ, ਕਹਿੰਦੇ 4 ਘੜੀਆਂ ਮਾਲ ਤੇ ਬਤੀਤ ਕੀਤੀਆਂ ਸੀ, ਉਹਦਾ ਫਲ ਦੇ ਦਿੱਤਾ। ਉਹ ਭਾਈ ਹੁਣ 4 ਘੜੀਆਂ ਸੱਚਖੰਡ ਵਿੱਚ ਬੈਠੇ ਨੂੰ ਹੋ ਗਿਆ, ਇਹਦਾ ਫਲ ਕਦੋਂ ਨਹੀਂ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਬੋਲੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਇਹਦਾ ਫਲ ਕਦੋਂ ਰਹੇਗਾ। ਗੁਰਮੁਖੋ ਪਿਆਰਿਓ, ਉਸ ਵੇਲੇ ਧਰਮਰਾਜ ਕਹਿੰਦਾ ਜੀ 4 ਘੜੀਆਂ ਆਪਾਂ ਹੋਰ ਦੇ ਦਿੰਦੇ ਆ। ਤੇ ਮਹਾਂਪੁਰਖ ਆਖਣ ਲੱਗੇ ਉਹ 4 ਹੋਰ ਹੋ ਜਾਣੀਆਂ ਨੇ, 4 ਹੋਰ ਹੋ ਜਾਣੀਆਂ ਨੇ, 4 ਹੋਰ ਹੋ ਜਾਣੀਆਂ ਨੇ। ਮੱਥੇ ਤੇ ਮਾਰ ਕੇ ਅਗਲੇ ਧਰਮਰਾਜ ਦੇ ਪਿੱਛੇ ਮੁੜ ਗਿਆ ਕਿ ਆਪਕੋ ਸਤਨਾਮ ਸ੍ਰੀ ਵਾਹਿਗੁਰੂ। हम संतन की रेत प्यारे, हम संतन की शरणा, संत हमारी ओर सुनाए संत हमारा सतगुरु आखते हम संतन सो बने आई गुरु लिखिया पाई वो मन तेरा पाई। संतन सो हम लाह खाता संतन सो बेमारा। संतन को पूंजी संपत्ति तो उतरिया मन का ਉਹ ਰੱਬ ਦੇ ਕੋਲ ਕਿਹੜੀ ਪੂੰਜੀ ਦਿੰਦੇ ਨੇ। ਆ ਮਾਇਆ ਨਹੀਂ ਦਿੰਦੇ ਗੁਰਮੁਖ ਹੋ ਪਿਆਰ, ਦੁਨਿਆਵੀ ਮਾਇਆ ਨਹੀਂ ਦਿੰਦੇ ਰੱਬ ਦੇ ਪਿਆਰੇ। ਉਹ ਪੂੰਜੀ ਇਹ ਦਿੰਦੇ ਨੇ ਕਿ ਆਪਕੋ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਉਹ ਇਹ ਪੂੰਜੀ ਦਿੰਦੇ ਨੇ ਨਾਮ ਰੂਪੀ। ਉਹ ਮਹਾਂਪੁਰਖ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਗੁਰਮੁਖ ਇਹ ਵਾਹਿਗੁਰੂ ਸਿਮਰਨ ਦੇ ਨਾਲ ਕਿੰਨੇ ਵੱਡੇ ਵੱਡੇ ਦੀਵਾਨ ਹਾਲ ਉਸਾਰ ਦਿੰਦੇ ਨੇ, ਕਿੰਨੀਆਂ ਵੱਡੀਆਂ ਵੱਡੀਆਂ ਸਰਾਵਾਂ ਉਸਾਰ ਦਿੰਦੇ ਨੇ। ਤੇ ਜੁਗਤੀ ਇਹੀ ਹੈ, ਪੂੰਜੀ ਇਹੀ ਆ। ਕੀ ਜਪਾਉਂਦੇ ਨੇ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ। संतन को पूंजी सौंपी तो उतरिया मन का धोखा। धर्मराय अब कहा कहे वो जो पाटे सगो लेखा। रब दे तारे लेखा ही पाट दिया करते थे। आखिरी धारणा उस तरह समाप्ति आखो वो धर्मराज की करू का बेचारा। वो संताने दे कपाड़ छड़े ਹਾਂਜੀ ਹਮ ਸੰਤਨ ਕੀ ਰੇ ਪਿਆਰੇ
ਗੁਰੂ ਨਾਮ ਨੂੰ ਗਹਿਣਾ ਬਣਾਇਆ। ਉਹਨਾਂ ਦਾ ਲੇਖਾ ਜੋਖਾ ਸਤਿਗੁਰ ਬਾੜ ਦਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਦੁਨੀਆਂ ਦੇ ਲੋਕੀ ਆਖਦੇ ਨੇ ਧਰਮ ਰਾਜ ਕੀ ਹੁੰਦਾ ਜੀ? ਉਹ ਕੌਣ ਹੁੰਦਾ? ਐਵੇਂ ਗੱਲਾਂ ਬਣਾਈਆਂ ਨੇ। ਖਾਓ ਪੀਓ ਐਸ਼ ਕਰੋ, ਇਹ ਜੱਗ ਮਿੱਠਾ ਤਾਂ ਅਗਲਾ ਕਿੰਨੇ ਆਖੋ ਜੀ, ਅਗਲਾ ਕਿੰਨੇ ਮਿੱਠਾ ਲੋਕੀ ਆਖਦੇ ਆ ਨਾ, ਪਰ ਸਤਿਗੁਰਾਂ ਦੀ ਬਾਣੀ ਆਖਦੀ ਭਾਈ ਨਹੀਂ, ਇਹ ਹੈ ਆਸਾ ਜੀ ਦੀ ਆਵਾਜ਼ ਵਿੱਚ ਜ਼ੋਰ ਪੜ੍ਹਦੇ ਆ ਆਪਾਂ, ਸਰਵਣ ਕਰਦੇ ਆ ਦਰਬਾਰ ਸਾਹਿਬ ਤੋਂ ਲਾਈਵ ਹਰ ਘਰ ਵਿੱਚ ਆਸਾ ਦੀ ਆਵਾਜ਼ ਦਾ ਕੀਰਤਨ ਹੁੰਦਾ। ਗੁਰੂ ਪਿਆਰਿਓ, ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ ਗੁਰੂ ਪਿਆਰਿਓ, ਨਾਨਕ ਜੀ ਉਪਾਏ ਕੈ ਲਿਖ ਨਾਮ ਹੈ ਧਰਮ ਬਹਾਲਿਆ ਉਤੇ ਸੱਚੇ ਹੀ ਸੱਚ ਨਿਬੜੈ ਝੁਣ ਵਖ ਕੱਢੇ ਜਦ ਮਲਿਆ ਨਾਮ ਨਾ ਪਾਏ ਨਾ ਕੂੜਿਆ ਹੁਣ ਕਾਲੇ ਰੋਜਕ ਚਾਲਿਆ ਰਾਏ ਰੱਖੇ ਸੇ ਜਨ ਗਏ ਹਰ ਗਏ ਸੇ ਠੱਗਣ ਵਾਲਿਆ ਲਿਖ ਨਾਮ ਹੈ ਧਰਮ ਬਹਾਲਿਆ ਧਰਮ ਬਹਾਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰਮੁਖੋ ਪਿਆਰਿਓ, ਜੋ ਸਤਿਗੁਰਾਂ ਦਾ ਗਿਆਨ ਗੁਰਬਾਣੀ ਦਾ ਗਿਆਨ ਆਪਾਂ ਗ੍ਰਹਿਣ ਕਰਨਾ ਹੈ। ਸਤਿਗੁਰ ਸਮਝਾ ਰਹੇ ਨੇ, ਗੁਰਬਾਣੀ ਗੁਰੂ ਸਾਹਿਬ ਮਹਾਰਾਜ ਬਣੇ ਨੇ ਸਾਨੂੰ ਸਮਝ ਲੈਣ ਵਾਸਤੇ। ਇਸ ਕਰਕੇ ਜਿੰਨੀ ਵੀ ਬਾਣੀ ਪੜ੍ਹਦੇ ਭਾਈ ਉਹਦੇ ਨਾਲ ਵਿਆਖਿਆ ਵੀ ਜ਼ਰੂਰੀ ਹੋਣੀ ਚਾਹੀਦੀ ਹੈ, ਕਿਉਂਕਿ ਵਿਆਖਿਆ ਤੋਂ ਬਗੈਰ ਗੱਲ ਨਹੀਂ ਬਣਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਨੂੰ ਸਭ ਕੋ ਦੇਖਦਾ ਜਗਤ ਚੇਤਾ ਜਗਤ ਸੰਸਾਰ, ਉਹ ਡਿੱਠੇ ਮੁਕਤ ਨਾ ਹੋਈ ਜਿੱਥੇ ਸ਼ਬਦ ਨਾ ਕਰੇ ਵਿਚਾਰ। ਸ਼ਬਦ ਨੂੰ ਵਿਚਾਰ ਕਰਨੀ ਹੈ। ਸੋ ਬਾਣੀ ਪੜ੍ਹਦੇ ਹਾਜ਼ਰੀ ਪਾਤੇ ਸਿਮਰਨ ਕਰਦੇ ਆ, ਉਸ ਵਿਚਾਰ ਕਰਦੇ ਆ, ਇੱਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ। ਚਮਦੀ ਬਾਣ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਕਰਤਾਰ ਨਹੀਂ ਭੁੱਲਦਾ, ਪਰਮਾਤਮਾ ਨਹੀਂ ਭੁੱਲਦਾ। ਗੁਰੂ ਕੋ ਕਿਉਂ ਜੀ ਭੁੱਲਣਹਾਰ। ਆਓ ਜਿੱਥੇ ਆਪਾਂ ਉਸ ਵਿਸ਼ਵੀ ਆਤਮਾ ਦੇ ਭਲੇ ਵਾਸਤੇ ਆਏ ਗੁਰੂ ਕੋ ਪਿਆਰਿਓ, ਦਵਿੰਦਰ ਕੁਮਾਰ ਜੀ ਜੋ ਇਸ ਮਾਤ ਲੋਕ ਤੋਂ ਚਲਾਣਾ ਕਰ ਗਿਆ ਗੁਰੂ ਕੋ ਪਿਆਰਿਓ, ਉਸ ਆਤਮਾ ਦੇ ਪਵਿੱਤਰ ਹਾਜਾ ਸੂਰੇ ਸਿਮਰਨ ਹੋਏ। ਸਤਿਗੁਰ ਕਿਰਪਾ ਕਰ ਇਸ ਪਾਵਨ ਸਿਮਰਨ ਦਾ ਜਾਪ ਦਾ ਫਲ ਉਸ ਵਿਸ਼ਵੀ ਆਤਮਾ ਬਖਸ਼ਿਸ਼ ਕਰ, ਪਿਛੇ ਭਗਵਾਨ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰ, ਹੋਈਆਂ ਪ੍ਰਦਾਨ ਦੀ ਕਿਰਪਾ। ਆਓ ਹੁਣ ਆਨੰਦ ਸਾਹਿਬ ਜੀ ਦਾ ਜਾਪ ਹੋਏਗਾ ਗੁਰੂ ਕੋ ਪਿਆਰਿਓ। ਉਸ ਤੋਂ ਬਾਅਦ ਅਰਦਾਸ ਬੇਨਤੀ ਹੋਏਗੀ, ਹੁਕਮਨਾਮੇ ਹੋਣਗੇ। ਸੰਗਤ ਸਾਰੀ ਨੂੰ ਬੇਨਤੀ ਹੈ ਭਾਈ, ਜਿਹੜੀ ਸੰਗਤ ਬਾਹਰ ਹੈ ਉਹ ਵੀ ਹੁਣ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਅਰਦਾਸ ਬੇਨਤੀ ਦੀ ਜ਼ਰੂਰ ਹਾਜ਼ਰੀ ਕਰੋ ਭਾਈ। ਹੁਕਮਨਾਮੇ ਸੁਣੋ, ਜ਼ਰੂਰੀ ਹੈ। ਜਥਾ ਬੋਲਿਆ ਆਪ ਜੀ ਨੇ ਬੜੇ ਪਿਆਰ ਨਾਲ ਸੁਣਿਆ ਗੁਰੂ ਕੋ ਪਿਆਰਿਓ, ਇਕਾਗਰਤਾ ਬਣਾਈ ਰੱਖੀ। ਹੁਣ ਸਤਿਗੁਰ ਬੋਲਣਗੇ ਗੁਰੂ ਕੋ, ਕਈ ਵਾਰ ਹੁੰਦਾ ਗੁਰੂ ਕੋ ਪਿਆਰਿਓ ਉਧਰ ਅਰਦਾਸ ਬੇਨਤੀ ਸ਼ੁਰੂ ਹੁੰਦੀ ਹੈ, ਉਧਰ ਨਾਲ ਦੀ ਨਾਲ ਬਾਹਰ ਨਿਕਲ ਜਾਈਦਾ। ਹੁਕਮਨਾਮੇ ਹੁੰਦੇ ਨੇ ਬਾਹਰ ਚਲੇ ਜਾਈਦਾ। ਨਹੀਂ ਭਾਈ, ਜਿੰਨਾ ਸਤਿਗੁਰਾਂ ਦਾ ਸਤਿਕਾਰ ਕਰਾਂਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੰਨਾ ਸਤਿਕਾਰ ਕਰਾਂਗੇ ਆਪਾਂ ਭਾਈ, ਉਹਨਾਂ ਆਪਣਾ ਹੋਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰਬਾਣੀ ਪੜ੍ਹਦੇ ਹੋਏ ਆਪਣਾ ਸਾਡੀ ਕਿਮਾ ਆਓ ਨਾ ਸਭ ਸਾਰੇ ਸਾਥ ਦਿਓ ਜੀ। ਰਾਮ ਕਲੀ ਮਹੱਲਾ ਤੀਜਾ ਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਆਇਆ। ਸਤਿਗੁਰ ਤਾਂ ਪਾਇਆ ਸਹਿਜ ਸਿੱਧੀ, ਮਨ ਵਸੀਆਂ ਵਧਾਈਆਂ। ਰਾਗ ਪਰਵਾਰ ਕਰਿਆ ਸ਼ਬਦ ਦਾ ਬਣਾਇਆ। Thank you.
ਹਾਂਜੀ ਸ਼ਬਦ ਸਤਿਕਾਰ ਸੁਭਾਗੈ ਦਰਵਾਜ਼ੇ ਕਲਾ ਜਿਤ ਕਰਤਾਇਆ ਕਰਮ ਪਾਇਆ ਤੁਜਨ ਭਉ ਨਾਮ ਹਰਿ ਕੇ ਲਾਗੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਤੇ ਆਇਆ ਗਰਮ ਸਕਤ ਆਨ ਨਾਨਕ ਤੇ ਮੁਕਤੀ ਉਜਲੇ ਤੇਤੀ ਛੁੱਟੀ ਨਾਲ ਨਾਨਕ ਤੇ ਮੁਕਤੀ ਉਜਲੇ ਤੇਤੀ ਛੁੱਟੀ ਨਾਲ ਇਹਦੇ ਜਿਨ੍ਹਾਂ ਨਾਮ ਧਿਆਇਆ ਜਿਨ੍ਹਾਂ ਨੇ ਨਾਮ ਧਿਆਇਆ ਗਏ ਮੁਸਕਤ ਘਾਲ ਜਿਨ੍ਹਾਂ ਨੇ ਮੁਸਕਤਾਂ ਕਰ ਲਈਆਂ ਨਾਨਕ ਕਹਿ ਰਿਹਾ ਹੈ ਨਾਨਕ ਤੇ ਮਤਲਬ ਉਹ ਨਾਨਕ ਤੇ ਮੁਖ ਮੂੰਹ ਉਜਲੇ ਉਹਨਾਂ ਦੇ ਤਾਂ ਮੁਖ ਉਜਲੇ ਹੁੰਦੇ ਨੇ ਇਸ ਮਾਨ ਲੋਕ ਤੇ ਵੀ ਲੋਕ ਚ ਵੀ ਤੇ ਪਰਲੋਕ ਚ ਵੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਨਕ ਤੇ ਮੁਖ ਉਜਲੇ ਤੇਤੀ ਛੁੱਟੀ ਨਾਲ ਪਤਾ ਨਹੀਂ ਕਿੰਨਿਆਂ ਨੂੰ ਹੋਰ ਛੁੱਟੀ ਉਹ ਜਮਾ ਦੀ ਮਾਰ ਤੋਂ ਛੁਡਾ ਕੇ ਨਾਲ ਭਾਈ ਆਪਣੇ ਨਾਲ ਹੀ ਰਹਿ ਜਾਂਦੇ ਨੇ ਆਖੋ ਸਤਨਾਮ